ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਸੰਧਿਆ ਦੇ ਦੀਵਾਨਾਂ ਅੰਦਰ ਆਪ ਜੀ ਦੁਨਿਆਵੀ ਕੰਮਾਂ ਧੰਦਿਆਂ ਨੂੰ ਸੰਕੋਚਦੇ ਹੋਏ ਅਦਬ ਸਹਿਤ ਜੁੜ ਬੈਠੇ ਹੋ। ਆਓ ਇਹਨਾਂ ਘੜੀਆਂ ਨੂੰ ਸਤਿਗੁਰਾਂ ਦੀ ਮਹਿਮਾ ਦੇ ਵਿੱਚ ਸਫਲਿਆਂ ਬਣਾਈਏ। ਚੱਲ ਰਹੀ ਲੜੀਵਾਰ ਕਥਾ ਵਿੱਚੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਜਵਾਬ ਸੁਣ ਕੇ ਜਦੋਂ ਮੁਲਤਾਨ ਦੇ ਪੀਰ ਬਹਾਵਲਦੀਨ ਤੇ ਉਹਨਾਂ ਦੇ ਪੈਰੋਕਾਰ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਦੇ ਨੇ, ਹਾਰਿਆ ਸਮਝਦੇ ਨੇ, ਈਰਖਾ ਸਾੜਾ ਲੈ ਕੇ ਰਾਤੋਂ ਰਾਤ ਸਮੇਂ ਤੋਂ ਪਹਿਲਾਂ ਹੀ ਜਹਾਜ਼ ਤੇ ਚੜ੍ਹ ਕੇ ਚਲੇ ਗਏ। ਜਦੋਂ ਕਿ ਕੌਤਕ ਭਾਈ ਬਾਲਾ ਤੇ ਮਰਦਾਨਾ ਜੀ ਨੇ ਸਵੇਰ ਹੁੰਦਿਆਂ ਵੇਖਿਆ, ਕਹਿੰਦੇ ਬਾਬਾ ਹੁਣ ਤੇ ਆਸਾਂ ਤੇ ਪਾਣੀ ਫਿਰ ਗਿਆ, ਹਾਜੀ ਲੋਕ ਤੇ ਮੱਕੇ ਨੂੰ ਰਵਾਨਾ ਹੋ ਗਏ। ਪਰ ਭਾਈ ਮਰਦਾਨਾ ਜੀ ਦੀ ਜਿੱਦ ਸੀ, ਮਹਾਰਾਜ ਜਿਵੇਂ ਮਰਜ਼ੀ ਦਰਸ਼ਨ ਕਰਾਓ। ਆਪ ਇੱਕ ਪਲ ਵਿੱਚ, ਇੱਕ ਛਿਨ ਵਿੱਚ ਦੁਨੀਆ ਸਾਜ ਸਵਾਰ ਸਕਦੇ ਹੋ, ਇਹ ਤੇ ਕੁਛ ਵੀ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਦੀ ਭਾਵਨਾ ਵੇਖੀ, ਰਸਨਾ ਤੋਂ ਬਚਨ ਆਖਿਆ, ਮਰਦਾਨਿਆ ਰਵਾਬ ਦੀਆਂ ਸੁਰਾਂ ਛੇੜ, ਆ ਰਲ ਮਿਲ ਕੇ ਉਸ ਰੱਬੀ ਬਾਣੀ ਦਾ ਜਾਪ ਕਰੀਏ। ਜਿਉਂ ਹੀ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, ਸਤਿਗੁਰਾਂ ਨੇ ਬਸੰਤ ਰਾਗ ਦਾ ਸ਼ਬਦ ਗਾਇਨ ਕੀਤਾ। ਸ਼ਬਦ ਦੀ ਸਮਾਪਤੀ ਹੋਈ ਹੈ, ਨੇਤਰ ਖੋਲੇ ਨੇ, ਵੇਖਦੇ ਨੇ ਮੱਕੇ ਦੇ ਮੁਨਾਰੇ ਦਿਸਦੇ ਆ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਸੁਰਤ ਕਰਕੇ ਚੱਲੀਏ ਮੱਕੇ ਦੀ ਯਾਤਰਾ। ਕੀ ਚੋਚ ਗੁਰੂ ਬਾਬਾ ਜੀ ਵਰਤਾ ਰਹੇ ਨੇ, ਪਾਓ ਪ੍ਰੇਮ ਦੀ ਸਾਂਝ। ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੱਕਾ ਆਵਾ ਜਾਰਤ ਤੇਰੀ, ਚਹਿਤ ਜੋ ਮਨ ਉਠ ਲੀਜੈ ਹੀਰੀ। ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀਆਂ ਜਦੋਂ ਅੰਮ੍ਰਿਤ ਬਚਨ ਦੀ ਸਮਾਪਤੀ ਕੀਤੀ ਹੈ, ਸਤ ਕਰਤਾਰ ਆਖਿਆ। ਭਾਈ ਮਰਦਾਨਾ ਜੀ ਨੇ ਸੀਸ ਉੱਚਾ ਚੁੱਕਿਆ, ਨੇਤਰ ਖੋਲੇ, ਵੇਖਿਆ ਮੱਕੇ ਦੇ ਮੁਨਾਰੇ ਨਜ਼ਰ ਆਉਂਦੇ ਆ। ਆਖਣ ਲੱਗੇ ਬਾਬਾ ਇਹ ਕਿਹੜਾ ਸ਼ਹਿਰ ਆ ਗਿਆ, ਕਿਸ ਰਾਜੇ ਮਹਾਰਾਜੇ ਦੀ ਪੁਰੀ ਆ ਗਈ। ਗੁਰੂ ਬਾਬਾ ਜੀ ਮੁਸਕਰਾ ਕੇ ਕਹਿੰਦੇ, ਮਰਦਾਨਿਆ ਮੱਕਾ ਤੇਰੀ ਯਾਤਰਾ ਲਈ ਆਇਆ, ਜਿਹਦੀ ਯਾਤਰਾ ਲਈ ਤੂੰ ਚੱਲਿਆ ਨਾ, ਤੈਨੂੰ ਦੀਦਾਰ ਦੇਣਾ। ਉਸ ਵਕਤ ਭਾਈ ਮਰਦਾਨਾ ਜੀ ਦੇ ਅੱਖਾਂ ਵਿੱਚ ਸ਼ੁਕਰਾਨੇ ਦੇ ਅਥਰੂ ਸਨ। ਜਿਸ ਸਫ਼ਰ ਤੇ 1 ਸਾਲ ਲੱਗਦਾ ਹੈ, 6 ਮਹੀਨੇ ਲੱਗਦੇ ਨੇ, ਗੁਰੂ ਨਾਨਕ ਪਾਤਸ਼ਾਹ ਨੇ ਪਲਾਂ ਦੇ ਵਿੱਚ ਭਾਈ ਮਰਦਾਨੇ ਨੂੰ ਉਸ ਅਰਬ ਦੀ ਧਰਤੀ ਤੇ ਲੈ ਆਏ। ਯਕੀਨ ਜਾਂ ਨਹੀਂ ਹੁੰਦਾ। ਪਰ ਇਹਨਾਂ ਮੁਨਾਰਿਆਂ ਨੂੰ ਵੇਖ ਭਾਈ ਮਰਦਾਨਾ ਜੀ
आज ये आश्चर्य हो गए। ਹਰਖ ਸੁਣ ਕਰ ਭਾਮਨ ਭਾਵਾ ਹਿਤ ਦੇਖਣ ਕੇ ਚਿਤ ਲਲਚਾਵਾ। ਮਨ ਵਿੱਚ ਬੜਾ ਚਿੱਤ ਲਲਚਾਇਆ, ਕਿਉਂ ਨਾ ਉੱਠ ਕੇ ਵੇਖਾਂ। ਵੇਖਿਆ ਧਰਤੀ ਰੇਤੇ ਵਾਲੀ ਹੈ, ਰੇਤਲੀ ਧਰਤੀ ਅਰਬ ਦੀ ਸਾਰੀ, ਤਕਰੀਬਨ ਰੇਗਿਸਤਾਨ। ਆਸੇ ਪਾਸੇ ਕੁਝ ਰੇਤੇ ਦੇ ਪਹਾੜ ਦਿਸਦੇ ਨੇ, ਪਾਣੀ ਤੋਂ ਬਗੈਰ, ਹਰਿਆਵਲ ਤੋਂ ਬਗੈਰ। ਅੱਜ ਵੀ ਮੱਕੇ ਦੀ ਧਰਤੀ ਤੇ ਜਾਓ, ਆਸੇ ਪਾਸੇ ਪਹਾੜਾਂ ਦੀ ਸ਼੍ਰਿੰਖਲਾ ਹੈ, ਦੂਰ ਦੂਰ ਤੱਕ ਰੇਗਿਸਤਾਨ, ਰੇਤਾ ਹੀ ਰੇਤਾ ਹੈ। ਚਲੋ ਹੁਣ ਤੇ ਜ਼ਮਾਨਾ ਬੜਾ ਡਿਵੈਲਪ ਹੋ ਗਿਆ, ਉਹ ਗੱਲਾਂ ਹੀ ਨਹੀਂ ਰਹੀਆਂ, ਪਰ ਅੱਜ ਵੀ ਆਸਾ ਪਾਸਾ ਵੈਸਾ ਹੀ ਹੈ। ਜਦੋਂ ਭਾਈ ਮਰਦਾਨੇ ਨੇ ਵੇਖਿਆ ਨਾ, ਚਾਅ ਜਾਗਿਆ ਮੈਂ ਤੁਰ ਕੇ ਵੇਖ ਕੇ ਤੇ ਆਵਾਂ। ਜਿਹਦੀ ਯਾਤਰਾ ਦੇ ਵਾਸਤੇ ਮੁਸਲਮਾਨ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਤਿਆਰ ਕਰਦੇ ਰਹਿੰਦੇ ਨੇ, ਕਿਤੇ ਭਾਗਾਂ ਨਾਲ ਦੀਦਾਰ ਹੋਣਗੇ। ਅੱਜ ਮੈਂ ਉਸ ਧਰਤੀ ਤੇ ਆ ਗਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਵੇਖਿਆ ਜਾ ਕੇ, ਕਹਿੰਦੇ ਬਾਬਾ ਇੰਨੀ ਦੂਰੋਂ ਇਕੱਲਾ ਆਇਆ, ਮੈਨੂੰ ਤੇ ਹੀ ਨਹੀਂ ਪਤਾ ਇਹਦਾ ਮੁੱਖ ਦਰਵਾਜ਼ਾ ਕਿਹੜੇ ਪਾਸੇ ਆ। ਗੁਰੂ ਸਾਹਿਬ ਕਿੱਥੇ ਬੈਠੇ ਆ? ਮੱਕੇ ਦੀ ਬੈਕ ਸਾਈਡ। ਮੱਕਾ ਬਹੁਤ ਵੱਡਾ ਸ਼ਹਿਰ ਹੈ, ਕਾਬੇ ਦੇ ਪਿਛਲੇ ਪਾਸੇ। ਸਤਿਗੁਰ ਦੀ ਜਦੋਂ ਕਾਬੇ ਦੇ ਪਿੱਛੇ ਬੈਠੇ ਨੇ, ਉੱਥੇ ਇੱਕ ਗੇਟ ਹੈ, ਛੋਟਾ ਦਰਵਾਜ਼ਾ, ਜਿੱਥੋਂ ਕੇਵਲ ਐਗਜ਼ਿਟ ਹੁੰਦੀ ਹੈ। ਮੁੱਖ ਅੰਦਰ ਲੋਕ ਜਾਂਦੇ ਆ ਜਿਹੜੇ ਮਜ਼ੌਰ ਨੇ। ਸਤਿਗੁਰ ਦੀ ਉਹਦੇ ਕੋਲ ਆ ਕੇ ਬੈਠੇ ਆ, ਮੁੱਖ ਦਰਵਾਜ਼ੇ ਵਾਲੇ ਪਾਸੇ ਨਹੀਂ ਗਏ। ਭਾਈ ਮਰਦਾਨਾ ਸਤਿਗੁਰਾਂ ਦੇ ਸਨਮੁਖ ਬੈਠਾ, ਕਹਿੰਦਾ ਮਹਾਰਾਜ ਅੱਜ ਮੈਨੂੰ ਯਕੀਨ ਨਹੀਂ ਹੁੰਦਾ, ਇੱਕ ਮੁਸਲਮਾਨ ਲਈ ਕਿੰਨਾ ਵੱਡਾ ਚਾਅ ਏ ਮੱਕੇ ਦੀ ਧਰਤੀ ਤੇ ਜਾਣਾ। ਪਰ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਦਾ ਸੇਵਕ ਹੈ, ਉਹਦੇ ਤੇ ਮਨ ਵਿੱਚ ਇੱਕ ਚਾਅ ਸੀ ਵੇਖਣਾ, ਕੋਈ ਮੱਥਾ ਟੇਕਣ ਥੋੜਾ ਆਇਆ। ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਹੁਣ ਮਨ ਮਰਜ਼ੀ ਨਾਲ ਜਾਇਆ, ਅਸੀਂ ਤੈਨੂੰ ਰੋਕਣਾ ਨਹੀਂ। ਮਰਦਾਨੇ ਕੇ ਚਿਤ ਕੀ ਜਾਣੇ ਉਠਤ ਭਏ ਤਬ ਹੀ ਗੁਣ ਖਾਨੇ। ਗੁਣਾਂ ਦੀ ਖਾਨ ਸਤਿਗੁਰ ਜੀ ਭਾਈ ਮਰਦਾਨੇ ਦੇ ਦਿਲ ਦਾ ਖਿਆਲ ਜਾਣ ਕੇ ਉੱਠ ਪਏ। ਕਹਿੰਦੇ ਚੱਲ ਮਰਦਾਨੇ ਆ ਤੈਨੂੰ ਲੈ ਚੱਲੀਏ। ਵੇਖਦਾ ਭਾਈ ਮਰਦਾਨਾ ਰੇਤੇ ਦੇ ਟਿੱਬੇ ਊਠ ਫਿਰਦੇ ਆ, ਉੱਚੀਆਂ ਲੰਬੀਆਂ ਖਜੂਰਾਂ ਲੱਗੀਆਂ, ਫਲਾਂ ਨਾਲ ਭਰੀਆਂ ਪੱਕੀਆਂ। ਆਸਾ ਪਾਸਾ ਵੇਖਦਾ ਜਾਂਦਾ ਹੈ, ਕਿਉਂਕਿ ਅੱਜ ਵੀ ਤੁਸੀਂ ਅਰਬ ਦੀ ਧਰਤੀ ਤੇ ਜਾਓਗੇ ਨਾ, ਯੂਰਪ, ਅਫਰੀਕਾ, ਏਸ਼ੀਆ, ਨਾਰਥ ਅਮਰੀਕਾ, ਸਾਰਿਆਂ ਤੋਂ ਹੀ ਅਲੱਗ ਹੈ। ਅਮਰੀਕਾ ਦੀ ਧਰਤੀ ਆ ਜੋ ਕੈਨੇਡਾ, ਇਹਨੂੰ ਇੱਕੋ ਹੀ ਕਿਹਾ ਜਾਂਦਾ ਹੈ, ਨਾਰਥ ਅਮਰੀਕਾ। ਯੂਰਪ ਚਲੇ ਜਾਓ, ਆ ਏਸ਼ੀਆ 'ਚ ਆ ਜਾਓ, ਤੁਹਾਨੂੰ ਜੰਗਲ ਮਿਲਣਗੇ, ਬਾਗ ਮਿਲਣਗੇ, ਪਰ ਇੱਕ ਅਰਬ ਐਸਾ ਏ, ਪੱਛਮ ਦਾ ਦੇਸ਼ ਐਸਾ ਏ, 22 ਦੀਆਂ 22 ਕੰਟਰੀਆਂ ਰੇਤਲੀਆਂ ਰੇਗਿਸਤਾਨ ਨੇ। ਇਹੀ ਕਾਰਨ ਹੈ ਉੱਥੇ ਪਾਣੀ ਨਹੀਂ, ਤੇਲ ਨਿਕਲਦਾ ਹੈ। ਧਰਤੀ ਤੇ ਪਾਣੀ ਬਹੁਤ ਘੱਟ ਹੈ। ਭਾਈ ਮਰਦਾਨਾ ਅਲੱਗ ਜਿਹਾ ਦ੍ਰਿਸ਼ ਵੇਖਦਾ ਹੈ, ਊਠ ਨੇ ਉੱਚੇ ਲੰਬੇ। ਇਹਨਾਂ ਊਠਾਂ ਉੱਤੇ ਮੁਸਲਮਾਨ ਸਫ਼ਰ ਕਰਦੇ ਆ, ਕਿਉਂਕਿ ਅੱਗੇ ਸਵਾਰੀਆਂ ਹੀ ਹੁੰਦੀਆਂ ਸੀ। ਅੱਜ ਵੀ ਉਸ ਇਲਾਕੇ 'ਚ ਦੁਬਈ ਜਾ ਕੇ ਊਠਾਂ ਦੇ ਝੂਟੇ ਨਾ ਲਏ ਤੇ ਬੰਦਾ ਕਹਿੰਦਾ ਅਧੂਰੇ ਰਹਿ ਗਏ। ਅੱਜ ਵੀ ਕਿਤੇ ਨਾ ਕਿਤੇ ਸ਼ੌਕੀਆ ਤੌਰ ਤੇ ਉਹਨਾਂ ਨੇ ਰੱਖਿਆ ਹੋਇਆ ਸਾਰਾ ਕੁਛ, ਵਿਰਸਾ ਨਹੀਂ ਭੁਲਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਨੂੰ ਨਾਲ ਲੈ ਕੇ ਕਦਮ ਕਦਮ ਚੱਲੇ ਹਨ। ਮੰਦ ਮੰਦ ਪਦ ਸੁੰਦਰ ਚਾਲੇ ਬੈਠੇ ਜਾਏ ਸਮੀਪ ਦੇ ਵਾਲੇ। ਗੁਰੂ ਨਾਨਕ ਪਾਤਸ਼ਾਹ ਇੱਕ ਮੀਨਾਰ ਦੇ ਕੋਲੇ ਆ ਕੇ ਬੈਠ ਗਏ। ਹੁਣ ਮੱਕੇ ਦੇ ਆਸੇ ਪਾਸੇ ਮੀਨਾਰ ਉਦੋਂ ਵੀ ਬਣੇ ਸੀ ਤੇ ਅੱਜ ਵੀ ਬਣੇ ਆ। ਮੀਨਾਰ ਹਰ ਧਾਰਮਿਕ ਸਥਾਨ ਦੇ ਨੇੜੇ ਹੁੰਦੇ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚਲੇ ਜਾਓ, ਆਪ ਜੀ ਨੂੰ ਮੀਨਾਰ ਅੱਜ ਵੀ ਦਿਸਣਗੇ। ਸੁਰੱਖਿਆ ਵਾਸਤੇ, ਸਿਕਿਉਰਿਟੀ ਵਾਸਤੇ, ਜਿਹਨੂੰ ਬੂੰਗਾ ਕਿਹਾ ਜਾਂਦਾ, ਬੂੰਗਾ ਰਾਮਗੜ੍ਹੀ ਦਾ। ਤਰਨ ਤਾਰਨ ਸਾਹਿਬ ਦੀ ਪਾਵਨ ਧਰਤੀ ਤੇ ਆਈਏ, ਤੁਹਾਨੂੰ ਬੂੰਗਾ ਉੱਥੇ ਵੀ ਮਿਲ ਜਾਣਾ ਹੈ। ਸੁਰੱਖਿਆ ਲਈ ਹੁੰਦੇ ਸੀ। ਮੱਕੇ ਦੇ ਚਾਰੇ ਪਾਸੇ 4 ਮੀਨਾਰ ਬਣੇ ਆ। ਭਾਈ ਮਰਦਾਨਾ ਉਹਨਾਂ ਮੀਨਾਰਾਂ ਨੂੰ ਵੇਖਦਾ, ਜਦੋਂ ਆ ਕੇ ਬੈਠੇ ਆ ਇਹੀ ਤੇ ਦਿਸਦੇ ਸੀ ਬਾਬਾ ਇਹ ਕਿਹੜੇ ਰਾਜੇ ਦੀ ਰਾਜਧਾਨੀ ਆ ਗਈ, ਜਿੱਥੇ ਏਡੇ ਵੱਡੇ ਵੱਡੇ ਮਹਿਲ ਨੇ, ਉੱਚੀਆਂ ਇਮਾਰਤਾਂ ਹਨ। ਹਾਜੀ ਵੇਖ ਕਰੇ ਤੇ ਥਾਏ
ਕੀਨੇ ਆਸਣ ਗੁਰੂ ਸਹਾਏ। ਹੁਣ ਜਿਹੜੇ ਹਾਜੀ ਲੋਕ ਨੇ ਉਹਨਾਂ ਦੇ ਨੀਲੇ ਵਸਤਰ ਪਾਏ ਹੁੰਦੇ, ਤੇ ਜਿਹੜੇ ਆਮ ਲੋਕ ਹੁੰਦੇ ਆ, ਪੀਰ ਨਹੀਂ ਹੁੰਦੇ, ਉਹ ਅੱਜ ਵੀ ਚਿੱਟੇ ਕੱਪੜੇ ਪਾ ਕੇ ਜਾਂਦੇ ਆ। ਇਸਲਾਮ ਦੇ ਵਿੱਚ ਅੱਜ ਵੀ ਜਿਹੜੇ ਵੀਰ ਜਾਂਦੇ ਆ ਨਾ, ਉਹ ਅਣਸੀਤੇ ਕੱਪੜੇ ਲਪੇਟ ਕੇ ਜਾਂਦੇ ਆ, ਵੀ ਸੀਤਾ ਨਹੀਂ ਹੋਣਾ ਚਾਹੀਦਾ। ਆਪਣੀ ਆਪਣੀ ਪਰੰਪਰਾ ਹੈ। ਜਿਵੇਂ ਪੰਡਤ ਲੋਕ ਧੋਤੀ ਕਿਉਂ ਲਾਉਂਦੇ ਆ, ਕਾਰਨ ਇਹ ਹੈ, ਉਹ ਕਹਿੰਦੇ ਮੰਦਿਰ ਦੇ ਵਿੱਚ ਸੀਤਾ ਵਸਤਰ ਪਾ ਕੇ ਨਹੀਂ ਜਾਣਾ, ਸਲਾਈ ਨਾ ਕੀਤੀ ਹੋਵੇ, ਕੈਂਚੀ ਨਾ ਕੱਟਿਆ ਨਾ ਹੋਵੇ, ਸੂਈ ਨਾ ਚੱਲੀ ਹੋਵੇ, ਇਸ ਕਰਕੇ ਉਹ ਲਪੇਟ ਲੈਂਦੇ ਨੇ ਆਪਣਾ ਤਨ। ਕਈ ਵਾਰ ਨਾ ਅਸੀਂ ਇਹ ਚੀਜ਼ਾਂ ਜਾਣਦੇ ਨਹੀਂ ਹੁੰਦੇ ਤੇ ਨਿੰਦਿਆ ਤੇ ਤੁਲ ਪੈਂਦੇ ਆ। ਹਰ ਧਰਮ ਦੇ ਵਿੱਚ ਕੋਈ ਨਾ ਕੋਈ ਰਵਾਇਤ ਚੱਲਦੀ ਹੈ, ਰਿਵਾਜ ਚੱਲਦਾ, ਟ੍ਰੈਡੀਸ਼ਨ ਹੈ, ਕੁਛ ਵੀ ਹੈ, ਉਹਦਾ ਕੋਈ ਨਾ ਕੋਈ ਕਾਰਨ ਤੇ ਹੋਏਗਾ। ਹੁਣ ਜਦੋਂ ਇੱਥੇ ਆਏ ਵੇਖਿਆ, ਕਹਿੰਦੇ ਹਾਜੀ ਲੋਕ ਤੁਰੇ ਫਿਰਦੇ, ਨੀਲੇ ਚਿੱਟੇ ਵਸਤਰ ਪਾਏ ਆ, ਬੜੇ ਸੋਹਣੇ ਲੋਕ ਨੇ। ਉਦੋਂ ਇਸਲਾਮ ਦੇ ਵਿੱਚ ਸਾਰੇ ਕੇਸਾਂ ਧਾਰੀ ਹੁੰਦੇ ਸੀ ਆ, ਤੇ ਹੁਣੇ ਕੰਮ ਚੱਲਿਆ ਅੱਜ ਤੋਂ 50-60 ਸਾਲਾਂ ਤੋਂ ਜ਼ਿਆਦਾ। ਉਹ ਤੋਂ ਪਹਿਲਾਂ ਤੁਸੀਂ ਅੱਜ ਤੋਂ ਵੀ 30 ਸਾਲ ਪਹਿਲਾਂ ਝਾਤ ਮਾਰ ਕੇ ਪੰਜਾਬ ਦੀ ਧਰਤੀ ਤੇ ਵੇਖੋ, ਤੁਹਾਨੂੰ ਪੁਰਾਣੀਆਂ ਤਸਵੀਰਾਂ ਵਿੱਚ ਕੋਈ ਹੇਅਰ ਕੱਟ ਬੰਦਾ ਨਹੀਂ ਮਿਲਣਾ। ਰੰਗ ਬਰੰਗੀਆਂ ਪਗੜੀਆਂ, ਚਲੋ ਇਹ ਤੇ ਹੁਣ ਛੂਤ ਦੀ ਬਿਮਾਰੀ ਹੈ, ਸਿੱਖਾਂ ਦੇ ਬੱਚੇ ਵੀ ਸਿੱਖ ਨਹੀਂ ਰਹਿ ਰਹੇ, ਉਹ ਵੀ ਛੱਡੀ ਜਾ ਰਹੇ ਆ ਸਾਰਾ ਕੁਝ। ਪਰ ਉਹਨਾਂ ਸਮਿਆਂ ਵਿੱਚ ਮੁਸਲਮਾਨ ਲੋਕ ਕਿਸੇ ਨੇ ਚਿੱਟੀ ਪਗੜੀ ਬੰਨੀ ਹੈ, ਤੇ ਜਿਹੜੇ ਹਾਜੀ ਲੋਕ, ਪੀਰ ਲੋਕ ਨੇ, ਨੀਲੇ ਵਸਤਰ ਸਿਰ ਤੋਂ ਪੈਰਾਂ ਤੱਕ ਪਾਏ ਆ। ਭਾਈ ਮਰਦਾਨਾ ਕਹਿੰਦਾ, ਬਾਬਾ ਇਹ ਕੌਣ ਨੇ? ਸਤਿਗੁਰ ਕਹਿੰਦੇ, ਇਹ ਹਾਜੀ ਨੇ, ਇੱਥੇ ਹੱਜ ਕਰਨੇ ਆਏ ਨੇ। ਇਹ ਛਿਨ ਸ਼ਬਦ ਬਸੰਤ ਮਯਾਰਾ, ਉੱਚ ਸੁਰ ਸੋਂ ਕੀ ਗਿਆਨ ਉਚਾਰਾ। ਆਸੇ ਪਾਸੇ ਦੂਰ ਤੱਕ ਕੇਵਲ ਮੁਸਲਮਾਨ, ਕੇਵਲ ਮੁਸਲਮਾਨ, ਦੂਜਾ ਤੀਜਾ ਕੋਈ ਨਹੀਂ। ਮਰਦ ਕਹਿੰਦੇ, ਮਰਦਾਨਿਆਂ ਬਹਿ ਜਾ, ਰਵਾਬ ਛੇੜ। ਉਹੀ ਸ਼ਬਦ ਜੋ ਪਹਿਲਾਂ ਗਾਇਆ ਫੇਰ ਗਾਉਣ ਲੱਗੇ ਨੇ। ਸ੍ਰੀ ਮੁਖ ਵਾਕ ਬਸੰਤ ਹਿੰਡੋਲ ਮਹੱਲਾ ਪਹਿਲਾ, ਘਰ ਦੂਜਾ। ਇਹ ਰਾਗ ਬਸੰਤ ਦੇ ਵਿੱਚ ਮਹੱਲਾ ਪਹਿਲਾ, ਘਰ ਦੂਜਾ। ਦੂਜੇ ਘਰ ਸੁਰਤਾਲ ਵਿੱਚ ਸਤਿਗੁਰ ਜੀ ਸ਼ਬਦ ਗਾਉਂਦੇ ਆ। ਇਹ ਰਾਗਾਂ ਵਿੱਚ ਗਾਉਣ ਦਾ ਹੁਕਮ ਹੈ, ਰਾਗ ਬਸੰਤ ਵਿੱਚ ਹੀ ਗਾਉਣਾ ਹੈ, ਤੇ ਹਿੰਡੋਲ ਇਹਦੀ ਕਿਸਮ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸ਼ਬਦ ਅਕਾਲ ਪੁਰਖ ਦੇ ਤਾਈਂ ਉਚਾਰਦੇ ਆ। ਇੱਕ ਗੱਲਬਾਤ ਹੈ, ਕਿਉਂਕਿ ਇੱਥੇ ਕੋਈ ਹਿੰਦੂ ਨਜ਼ਰ ਨਹੀਂ ਆਉਂਦਾ, ਬੋਧੀ ਨਹੀਂ ਦਿਸਦਾ, ਜੈਨੀ ਨਜ਼ਰ ਨਹੀਂ ਆਉਂਦਾ। ਇੱਦਾਂ ਲੱਗਦਾ ਕਿਤੇ ਇਸਲਾਮ ਦੇ ਰਾਜ ਵਿੱਚ ਆ ਗਏ ਆ। ਅੱਜ ਵੀ ਉਹ ਕੰਟਰੀਆਂ ਇਸਲਾਮਿਕ ਸਟੇਟਾਂ ਨੇ, ਡੈਮੋਕ੍ਰੈਟਿਕ ਰਾਜ ਨਹੀਂ ਉੱਠੇ। ਡੈਮੋਕ੍ਰੇਸੀ ਤੇ ਸਾਡਾ ਮੁਲਕ ਹੋ ਗਿਆ, ਅਮਰੀਕਾ ਹੋ ਗਿਆ, ਕੈਨੇਡਾ ਹੋ ਗਿਆ, ਇਹਨਾਂ ਚੱਲਦਾ। ਆ ਜਿੰਨੇ UAE ਦੇ ਇਲਾਕੇ ਆ, ਇਹ ਸਾਰੇ ਇਸਲਾਮਿਕ ਨੇ। ਉਹ ਭਾਵੇਂ ਹੁਣ ਅਫਗਾਨ ਵੀ ਹੋ ਗਿਆ, ਇਹ ਇਸਲਾਮਿਕ ਸਟੇਟਾਂ। ਇੱਥੇ ਕੇਵਲ ਸ਼ਰ੍ਹਾ ਚੱਲਦੀ ਹੈ, ਇੱਥੇ ਸਾਡੇ ਵਾਲਾ ਹਿਸਾਬ ਕਿਤਾਬ ਨਹੀਂ ਹੈ। ਜੇ ਉੱਥੇ ਦੇ ਹਾਈ ਕੋਰਟ, ਸੁਪਰੀਮ ਕੋਰਟ ਨੇ, ਉਹ ਵੀ ਸ਼ਰ੍ਹਾ ਦੇ ਮੁਤਾਬਕ ਨੇ। ਆਪਣੇ ਤੇ ਇੱਥੇ ਕਈ ਵਾਰ ਬੰਦਾ ਗੁਨਾਹ ਕਰਕੇ ਵੀ ਸਬੂਤਾਂ ਦੀ ਘਾਟ ਕਰਕੇ ਬਰੀ ਹੋ ਜਾਂਦਾ ਹੈ, ਉਹ ਨਹੀਂ ਛੱਡਦੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵੇਲੇ ਅੰਮ੍ਰਿਤ ਬਚਨ ਉਸ ਧਰਤੀ ਤੇ ਉਚਾਰਨ ਕੀਤਾ ਜਿੱਥੇ ਗੈਰ ਮੁਸਲਮਾਨ ਪੈਰ ਨਹੀਂ ਰੱਖ ਸਕਦਾ। ਇਹ ਛੋਟੀ ਗੱਲ ਨਹੀਂ ਹੈ, ਸੋਚ ਕੇ ਵੇਖੋ ਕਦੇ। ਹਾਂ, ਇਸ ਗੱਲ ਨੂੰ ਵੱਡਿਆਂ ਉਹ ਜਾਣ ਸਕਦਾ ਜਿਹੜਾ ਜਾਣ ਦੀ ਕੋਸ਼ਿਸ਼ ਕਰੇ, ਤੇ ਜੋ ਕੁਝ ਉਹਦੇ ਨਾਲ ਹੋਊ ਉਹ ਜਾਣ ਸਕਦਾ ਵੀ ਉਸ ਵੇਲੇ ਕਿੰਨਾ ਔਖਾ ਹੋਊਗਾ। ਅੱਜ ਤੇ ਚਲੋ ਫੇਰ ਬੜਾ ਕੁਝ ਹੈ, ਬਹੁਤ ਸਾਧਨ ਨੇ ਬਚਨ ਬਚਾਉਣ ਦੇ, ਉਦੋਂ ਕਿੱਥੇ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਰਬਾਬ ਤੇ ਗਾਉਂਦੇ ਆ। ਇਸਲਾਮ ਉਹਨਾਂ ਸਮਿਆਂ 'ਚ ਕਹਿੰਦਾ ਸੀ ਸ਼ਬਦ ਗਾਉਣਾ, ਰਬਾਬ ਵਜਾਉਣੀ, ਧੁਨ ਵਜਾਉਣੀ, ਰਾਗ ਗਾਉਣਾ ਕਹਿੰਦੇ ਮਹਾਪਾਪ ਹੈ। ਇਸਲਾਮ 'ਚ ਮੰਨਿਆ ਜਾਂਦਾ ਸੀ ਵੀ ਇਹਦੇ ਨਾਲ ਕਾਮ ਦੀ ਉਤਪਤੀ ਹੁੰਦੀ ਹੈ। ਪਰ ਗੁਰੂ ਸਾਹਿਬ ਨੇ ਆਉਣ ਵਾਲੇ ਸਮੇਂ 'ਚ ਵੀ ਖੋਲ ਦੇਣਾ, ਪਾਈਏ ਤੇ ਤੁਹਾਡੀ ਆਪਣੀ ਸੋਚ ਹੈ, ਆਪਣਾ ਭੰਡ ਹੈ। ਰਾਗ ਬਸੰਤ ਵਿੱਚ ਗੁਰੂ ਨਾਨਕ ਪਾਤਸ਼ਾਹ ਅੰਮ੍ਰਿਤ ਬਚਨ ਗਾਉਂਦੇ ਨੇ। ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਅਦਵੈਤ ਸਰੂਪ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਉਹ ਹਮੇਸ਼ਾ ਸਤ ਹੈ, ਸੱਚਾ ਹੈ, ਗੁਰ ਚੇਤਨ ਹੈ, ਸਾਰਿਆਂ 'ਚ ਹੀ ਵਰਤਦਾ ਹੈ। ਪ੍ਰਸਾਦ ਆਨੰਦ ਸਰੂਪ ਹੈ। ਕਹਿੰਦੇ ਉਹ ਸਾਰਿਆਂ ਦਾ ਸਾਂਝਾ ਮਾਲਕ ਹੈ।
ਇਹ ਅੰਮ੍ਰਿਤ ਬਚਨ ਅਰਬ ਦੀ ਧਰਤੀ ਤੇ ਉਚਾਰੇ। ਸਾਊਦੀ ਅਰਬ ਕਹਿ ਲਓ, ਮੱਕਾ ਸ਼ਹਿਰ ਕਹਿ ਲਓ, ਸਾਹਿਬ ਉੱਥੇ ਅੰਮ੍ਰਿਤ ਬਚਨ ਗਾਉਣ ਲੱਗੇ ਨੇ। ਹੁਣ ਜਦੋਂ ਲੋਕ ਸੁਣਨਗੇ ਵਿਰੋਧ ਨਹੀਂ ਕਰਨਗੇ। ਬਗਦਾਦ ਦੀ ਧਰਤੀ ਤੇ ਜਦੋਂ ਮਹਾਰਾਜ ਨੇ ਅੰਮ੍ਰਿਤ ਬਚਨ ਉਚਾਰਨਾ, ਪੱਥਰ ਵੱਜਣਗੇ ਆ ਕੇ, ਸੰਗਸਾਰ ਕਰਨਗੇ ਮੁਸਲਮਾਨ। ਉਹ ਇਹ ਕਾਫਰ ਕੌਣ ਨੇ ਜਿਨ੍ਹਾਂ ਨੇ ਸਾਡੀ ਧਰਤੀ ਤੇ ਆ ਕੇ ਰਾਗ ਗਾਇਆ? ਮਾੜਾ ਮੰਨਦੇ ਸੀ, ਪਰ ਇਸਲਾਮ ਦੇ ਵਿੱਚ ਰਾਗ ਸੁਣਨ ਵਾਲੇ ਅਕਬਰ ਵਰਗੇ ਬੈਠੇ ਸੀ। ਉਹਨਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਸੀ ਚੱਲਦਾ, ਉੱਥੇ ਵਾਹ ਵਾਹ ਹੁੰਦੀ ਸੀ। ਗੁਰੂ ਨਾਨਕ ਸਾਹਿਬ ਜੀਆਂ ਬੜੇ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਦੀ ਯਾਦ ਕਰਦੇ ਆ। ਬੜਾ ਕੁਝ ਖੋਲਣਗੇ ਅੱਜ ਆਉਣ ਵਾਲੀ ਕਥਾ ਵਿੱਚ। ਭਾਈ ਮਰਦਾਨਾ ਜੀ ਨੇ ਰਬਾਬ ਤੇ ਸਾਥ ਦਿੱਤਾ। ਭਾਈ ਬਾਲਾ ਜੀ ਕਹਿੰਦੇ ਅਸੀਂ ਚੌਂਕੜਾ ਮਾਰਿਆ। ਸੁਭਾਵਿਕ ਜਦੋਂ ਸਤਿਗੁਰ ਗਾਉਂਦੇ ਸੀ ਨਾ, ਕਹਿੰਦੇ ਅਸਮਾਨ ਵਿੱਚੋਂ ਵੀ ਅੰਮ੍ਰਿਤ ਝਰਦਾ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਆਪਣੀ ਰਸਨਾ ਤੋਂ ਅੰਮ੍ਰਿਤ ਬਚਨ ਗਾਉਂਦੇ ਹੋਣਗੇ, ਧੰਨ ਹੋਣਗੇ ਉਹ ਕੰਨ ਜਿਨ੍ਹਾਂ ਸੁਣੇ ਹੋਣਗੇ। ਜੰਗਲਾਂ ਦੇ ਪੰਛੀ, ਮੋਰ, ਪਰਿੰਦੇ ਵੀ ਟੇਕੇ ਬਹਿ ਜਾਂਦੇ ਸੀ ਜਿੱਥੇ ਗੁਰੂ ਸਾਹਿਬ ਗਾਉਂਦੇ ਸੀ, ਪਰ ਇੱਥੇ ਤੇ ਜੰਗਲ ਨਹੀਂ ਸੀ। ਕਹਿੰਦੇ ਬੜਿਆਂ ਨੇ ਸੁਣਿਆ, ਕੋਲੋਂ ਲੰਘ ਜਾਂਦੇ, ਕਿਸੇ ਨੂੰ ਕੀ ਪਤਾ ਇਹ ਕੌਣ ਹਨ, ਕਿਉਂਕਿ ਉਸ ਰੱਬ ਪਿਆਰੇ ਨੇ ਕਦੇ ਭੇਖ ਨਹੀਂ ਦਿਖਾਇਆ, ਦਿਖਾਵਾ ਨਹੀਂ ਕੀਤਾ। ਚਾਹੁੰਦੇ ਨਾ ਗੁਰੂ ਨਾਨਕ ਪਾਤਸ਼ਾਹ 10-15 ਹਜ਼ਾਰ ਬੰਦਾ ਪਿੱਛੇ ਲੈ ਕੇ ਤੁਰਦੇ, ਰੱਥ ਤੇ ਬਹਿ ਕੇ ਚੱਲਿਆ ਕਰਦੇ ਵੀ ਮੈਂ ਤੇ ਰੱਬ ਹਾਂ, ਪਰ ਨਹੀਂ, ਹਮੇਸ਼ਾ ਸਾਦਗੀ 'ਚ ਰਹੇ ਨੇ। ਐਸਾ ਕੌਣ ਹੋਏਗਾ ਅੱਜ? ਅਸਲੀ ਸਿੱਖ ਤੇ ਉਹ ਆ ਜਿੰਨੀ ਸਾਦਗੀ 'ਚ ਰਹਿੰਦਾ ਉਨੀ ਸਿੱਖੀ ਕੋਲੇ ਹੋਏਗੀ। ਜਿੰਨੇ ਗੋਟੇ ਗੂਟੇ ਲਾਈ ਫਿਰਦਾ, ਰੰਗ ਬਰੰਗੇ ਕੱਪੜੇ, ਸਮਝ ਲਾ ਦਿਖਾਵਾ ਹੀ ਹੈ, ਹੋਛਾ ਪਾਣੀ ਹੈ, ਪੱਲੇ ਕੱਖ ਵੀ ਹੈ ਨਹੀਂ। ਕਿਉਂਕਿ ਜਿਹਦੇ ਕੋਲ ਹੋਏਗਾ ਉਹਦੇ ਕੋਲ ਦਿਖਾਵਾ ਨਹੀਂ, ਜਿਹਦੇ ਕੋਲ ਦਿਖਾਵਾ ਉਹਦੇ ਕੋਲ ਰੱਬ ਕਿੱਥੇ? ਸਾਹਿਬਾਂ ਨੇ ਇੰਨੇ ਪਿਆਰ ਵਿੱਚ ਭਿੱਜ ਕੇ ਅੰਮ੍ਰਿਤ ਬਚਨ ਉਚਾਰਨ ਕੀਤਾ ਕਿ ਜੇ ਉਹ ਅੰਮ੍ਰਿਤ ਬਚਨ ਸਮੁੱਚੀ ਮਾਨਵਤਾ ਦੇ ਵਾਸਤੇ ਹੈ, ਸ੍ਰਿਸ਼ਟੀ ਦੇ ਵਾਸਤੇ ਹੈ, ਪਰਮੇਸ਼ਰ ਦੇ ਤਾਂ ਹੀ ਗੱਲਬਾਤ ਹੈ। 9 7 14 3 4 ਗਿਣਤੀ ਦਾ ਜ਼ਿਕਰ ਕੀਤਾ। 9 7 14 3 4 ਕਿੰਨੇ ਬਣ ਗਏ ਜੀ? ਅਰਥ ਕੀ ਨੇ? ਬੜੇ ਗਹਿਰੇ ਅਰਥ ਰੱਖੇ। 9 ਤੋਂ ਭਾਵ 9 ਖੰਡ, 7 ਮਹਾਦੀਪ ਜਿਨ੍ਹਾਂ ਦਾ ਜ਼ਿਕਰ ਚੱਲਦਾ ਹੈ। 3 ਸਮੇਂ ਵੀ ਹੁੰਦੇ ਆ ਜਿਨ੍ਹਾਂ ਦਾ ਜ਼ਿਕਰ ਹੈ। 4 ਵੇਦ, 4 ਯੁੱਗ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ 9 ਖੰਡ ਤੂੰ ਸਾਜੇ। 14 7 ਪਤਾਲ ਤੇ 7 ਆਕਾਸ਼, ਜਿਹਨੂੰ ਤਬਕ ਕਹਿ ਦਿੱਤੇ ਜਾਂਦੇ ਆ, ਇਹ ਵੀ ਤੇਰੇ ਬਣਾਏ ਹੋਏ ਨੇ, ਤੇਰੇ ਤੋਂ ਬਾਹਰ ਨਹੀਂ। ਕਰ ਮਹਿਲਤ 4 ਬਹਾਲੀ, ਕਰ ਮਹਿਲਤ 4 ਬਹਾਲੀ। ਇਹ ਮਹਿਲੋ ਸਾਰ ਦਿੱਤਾ, ਵਸਾ ਦਿੱਤਾ ਰੱਬਾ ਮੇਰਿਆ। 4 ਕੀ ਹੈ? 4 ਖਾਣੀਆਂ, ਅੰਡਜ, ਜੇਰਜ, ਸੇਤਜ ਤੇ ਉਤਪਜ। 4 ਤੋਂ ਸ੍ਰਿਸ਼ਟੀ ਬਣੀ ਹੈ, ਜਾਂ ਆਂਡਿਆਂ ਤੋਂ ਪੈਦਾ ਹੁੰਦੀ, ਜਾਂ ਜੇਰ ਤੋਂ, ਜਾਂ ਪਸੀਨੇ ਤੋਂ, ਜਾਂ ਬੀਜਾਂ ਤੋਂ। ਇਹ ਤੋਂ ਬਾਅਦ ਕੋਈ ਪੰਜਵੀਂ ਖਾਣੀ ਨਹੀਂ ਹੈ। ਚਲੋ ਅੱਜ ਦਾ ਵਿਗਿਆਨ ਪੰਜਵੀਂ ਮੰਨਦਾ, ਆਪਾਂ ਉਸ ਪਾਸੇ ਜਾਣਾ ਨਹੀਂ ਹੈ, 4 ਤੋਂ ਹੀ ਹੈ। ਕਹਿੰਦੇ ਆ 4 ਦੇ ਸਿਰ ਤੇ ਤੂੰ ਇਹ ਸਮੁੱਚਾ ਬ੍ਰਹਿਮੰਡ ਇੱਕ ਮਹਿਲ ਉਚਾਰਨ ਕੀਤਾ, ਬਣਾਇਆ ਏ, ਪਰ ਬਣਾ ਕੇ ਵਸਿਆ ਹੋਇਆ ਤੂੰ ਹੈ। ਬਣਾਇਆ ਕਿਨੇ ਆ ਤੇ ਕਿਵੇਂ ਵਸਿਆ? ਅਰਥ ਦੇ ਰਹੇ ਨੇ ਪਾਤਸ਼ਾਹ, ਜਵਾਬ ਦਿੰਦੇ ਨੇ, ਬਲਿਹਾਰੀ ਕੁਦਰਤ ਵਸਿਆ। ਬਲਿਹਾਰ ਜਾਮਾ ਤੇਰੇ ਤੋਂ, ਤੂੰ ਕੁਦਰਤ ਵਿੱਚ ਵਸਿਆ ਹੋਇਆ ਏ। ਤੇਰਾ ਅੰਤ ਨਾ ਜਾਈ ਲਖਿਆ, ਤੇਰਾ ਅੰਤ ਕੋਈ ਵੀ ਨਹੀਂ ਜਾਣ ਸਕਦਾ। 9 7 14 3 4 ਕਰ ਮੋਹਲਤ 4 ਬਹਾਲੀ। ਇੱਥੇ ਬਚਨ ਚ ਕਹਿ ਰਹੇ ਆ ਸਭ ਕੁਝ ਤੇਰਾ ਸਾਜਿਆ ਹੋਇਆ, ਰੱਬਾ ਸਭ ਤੂੰ ਵਸਾਇਆ ਹੋਇਆ ਏ। 4 ਦੀਵੇ 4 ਹੱਥ ਦੀਏ, ਏਕ ਵਾਰੀ। 4 ਦੀਵੇ, 4 ਹੱਥ ਦੀਏ, 4 ਯੁੱਗ, 4 ਦੀਵੇ। ਹੱਥ ਕਿਹੜੇ ਆ? ਹੁਣ ਇੱਧਰ ਦੇ ਪ੍ਰਮਾਣ ਚ ਦੱਸਦੇ ਆ, ਕਹਿੰਦੇ 4 ਵੇਦਾਂ ਦੇ ਮੁਤਾਬਕ ਇੱਕ ਯੁੱਗ ਦਾ ਇੱਕ ਵੇਦ ਹੈ। ਕਹਿੰਦੇ ਤੂੰ ਉਚਾਰਨ ਕੀਤੇ ਆ। ਬ੍ਰਹਮਾ ਕੀ ਨੇ ਬਣਾਇਆ? ਤੇਰਾ ਹੀ ਤੇ ਸਾਜਿਆ ਹੋਇਆ। ਤੂੰ ਤੇ ਲੱਖਾਂ ਬ੍ਰਹਮੇ ਸਾਜੇ ਤੇ ਸਾਜਣ ਲਾਏ ਹੋਏ ਆ। ਬ੍ਰਹਮਾ ਰੱਬ ਥੋੜੀ ਹੈ, ਵਿਸ਼ਨੂੰ ਰੱਬ ਥੋੜੀ ਹੈ, ਸ਼ਿਵ ਰੱਬ ਥੋੜੀ ਨੇ। ਇਹ ਤੇ ਕਹਿ ਲੋ ਉਹਦੇ ਆਫੀਸਰ ਨੇ, ਕਲੈਰੀਕਲ ਜੌਬ ਵਾਲੇ ਆ। ਇਹ ਰੱਬ ਥੋੜੀ ਆ। PM CM ਹੋਰ ਹੁੰਦਾ ਏ, ਹੇਠਾਂ ਦਾ ਸਟਾਫ ਹੋਰ ਹੈ।
ਪਰ ਹੁਕਮ ਕਰਨ ਵਾਲੇ ਤੇ ਹੋਰ ਨੇ। ਅਕਾਲ ਪੁਰਖ ਹੋਰ ਹੈ, ਸ੍ਰਿਸ਼ਟੀ ਸਾਜਣ ਵਾਲਾ ਏ। ਓਏ ਉਹਨੇ ਪਤਾ ਨਹੀਂ ਇਦਾਂ ਦੀਆਂ ਕਲੈਰੀਕਲ ਜੋਬਾਂ ਕਿੰਨੀਆਂ ਕੁ ਪੈਦਾ ਕੀਤੀਆਂ ਹੋਈਆਂ, ਕਿੰਨੇ ਬ੍ਰਹਮੇ ਬਣਾਏ ਆ, ਕਿੰਨੇ ਸ਼ਿਵ ਬਣਾਏ ਆ, ਕਿੰਨੇ ਵਿਸ਼ਨੂੰ ਬਣਾਏ ਆ। ਚਾਰੇ ਦੀਏ ਚਾਰੇ ਹੱਥ ਦੀਏ, ਕਹਿੰਦੇ ਆ ਚਾਰ ਦੀਵੇ ਚਾਰ ਦਿਸ਼ਾਵਾਂ ਦੇ ਚਾਰੇ ਯੁੱਗਾਂ ਵਿੱਚ ਤੂੰ ਦੇ ਦਿੱਤੇ ਨੇ। ਜੋਤ ਤੋਂ ਭਾਵ ਕੀ ਹੈ? ਪ੍ਰਕਾਸ਼। ਕਿਸੇ ਨੇ ਚਾਰ ਵੇਦਾਂ ਦਾ ਗਿਆਨ ਮੰਨਿਆ, ਕਿਸੇ ਨੇ ਚਾਰੇ ਦਿਸ਼ਾਵਾਂ ਦਾ ਗਿਆਨ ਮੰਨਿਆ। ਦਿਸ਼ਾਵਾਂ ਤੇ 10 ਨੇ। ਗੁਰੂ ਪਾਤਸ਼ਾਹ ਕਹਿੰਦੇ ਸਭ ਨੂੰ ਤੂੰ ਆਪਣੇ ਮਾਲਾ ਵਿੱਚ ਪਰੋਇਆ ਹੋਇਆ, ਸਭ ਤੇਰੀ ਸ੍ਰਿਸ਼ਟੀ ਤੇਰੇ ਅਨੁਸਾਰ ਚੱਲਦੀ ਹੈ। ਮਿਹਰਬਾਨ ਮਦਸੂਦਨ ਮਾਧੋ, ਐਸੀ ਸ਼ਕਤ ਤੁਮਾਰੀ। ਐਸੀ ਸ਼ਕਤ ਤੁਮਾਰੀ, ਤੇਰੀ ਇਹ ਸ਼ਕਤੀ ਹੈ। ਅਨਵੇ ਕਰਕੇ ਅਰਥ ਹੋਣਾ ਮਿਹਰਬਾਨ ਮਦਸੂਦਨ ਮਾਧੋ, ਸਭ ਤੇ ਮਿਹਰਾਂ ਕਰਨ ਵਾਲਿਆ ਮਦਸੂਦਨ। ਮਦ ਕੈਟਬ ਵਰਗੇ ਰਾਖਸ਼ਾਂ ਨੂੰ ਮਾਰਨ ਵਾਲਿਆ, ਸੂਦਨ ਕਹੀਏ ਸ਼ਿੰਗਾਰਨ ਵਾਲਿਆ। ਮਾਧੋ ਤੂੰ ਪਿਆਰਾ ਹੈ, ਇਹ ਸਭ ਤੇਰੀ ਸ਼ਕਤੀ ਹੈ। ਕਿੱਡੀ ਵੱਡੀ ਗੱਲ ਕਰਦੀ ਗੁਰੂ ਸਾਹਿਬ ਜੀ ਨੇ ਵੀ ਜੋ ਕੁਝ ਵੀ ਆ ਦੁਨੀਆ ਤੇ ਨਾ, ਕੁਛ ਵੀ ਹੈ, ਧਰਮ ਤੋਂ ਲੈ ਕੇ ਸੰਸਾਰ 'ਚ ਕੁਛ ਵੀ ਚੱਲਦਾ ਹੈ ਸਭ ਤੇਰੀ ਖੇਡ 'ਚ ਹੀ ਹੈ। ਪਖੰਡ ਵੀ ਤੂੰ ਕਰਾ ਰਿਹਾ, ਪਾਪ ਵੀ ਰੱਬਾ ਤੂੰ ਹੀ ਕਰਾਉਣਾ ਹੈ, ਪੁੰਨ ਵੀ ਤੇਰਾ ਬਣਾਇਆ ਹੋਇਆ ਹੈ। ਜਿੱਦਣ ਇਹ ਗੱਲ ਸਮਝ ਵਿੱਚ ਆ ਗਈ, ਉਦਣ ਵੈਰ ਹੀ ਕਿਸੇ ਨਾਲ ਨਹੀਂ ਹੋਣਾ। ਤੋ ਸਤਨਾਮ, ਹਜੇ ਤੇ ਵੈਰ ਹੈ, ਈਰਖਾ ਖਾਏ ਆ ਪਾਪੀ ਆ ਤੇ ਮੈਂ ਪੁੰਨੀ ਆ। ਪਰ ਜਿੱਦਣ ਬ੍ਰਹਮ ਗਿਆਨੀ ਬਣ ਗਿਆ ਨਾ, ਉਦਣ ਇਹ ਸਮਝੇਗਾ ਵਾਹਿਗੁਰੂ ਤੂੰ ਜੀ ਤੋਂ ਪਾਪ ਕਰਾਉਣਾ ਪੁੰਨ ਨਹੀਂ ਕਰ ਸਕਦਾ, ਜੀ ਤੋਂ ਤੂੰ ਝੂਠ ਬੁਲਾਵੇਂ ਉਹ ਸੱਚ ਨਹੀਂ ਬੋਲ ਸਕਦਾ, ਜੀ ਤੋਂ ਸੱਚ ਬੁਲਾਵੇਂ ਉਹ ਟੁਕੜੇ ਟੁਕੜੇ ਕੱਟਿਆ ਜਾਂਦਾ, ਝੂਠ ਬੋਲ ਹੀ ਨਹੀਂ ਸਕਦਾ। ਪੁੰਨ ਵੀ ਤੂੰ ਕਰਾਉਣਾ, ਪਾਪ ਵੀ ਤੂੰ ਕਰਾਉਣਾ। ਸਾਹਿਬ ਕਹਿੰਦੇ ਇਹ ਤੇਰੀ ਸ਼ਕਤੀ ਹੈ, ਤੇਰਾ ਬਲ ਹੈ, ਤੇਰੇ ਤੋਂ ਬਾਹਰ ਕੁਛ ਨਹੀਂ। ਘਰ ਘਰ ਲਸ਼ਕਰ ਪਾਵਕ ਤੇਰਾ, ਧਰਮ ਕਰੇ ਸਿੱਖਦਾਰੀ। ਘਰ ਘਰ ਲਸ਼ਕਰ ਪਾਵਕ ਤੇਰਾ, ਧਰਮ ਕਰੇ ਸਿੱਖਦਾਰੀ। ਕਹਿੰਦੇ ਧਰਮ ਸਿੱਖਦਾਰੀ ਕਹੀਏ ਸਰਦਾਰੀ ਕਰਦਾ ਹੈ। ਹਰ ਘਰ ਦੇ ਵਿੱਚ ਤੇਰਾ ਲਸ਼ਕਰ, ਤੇਰੀ ਫੌਜ। ਅੱਗ ਹੈ, ਹਰ ਜਿਸਮ ਵਿੱਚ ਅੱਗ ਹੈ, ਚਾਹੇ ਮੁਸਲਮਾਨ ਦਾ ਸਰੀਰ ਹੈ, ਹਿੰਦੂ ਦਾ, ਸਿੱਖ ਦਾ, ਪਸ਼ੂ ਦਾ, ਪੰਛੀ ਦਾ, ਕਿਸੇ ਦਾ ਵੀ ਹੈ। ਦੱਸੋ ਜੀ એનર્ਜੀ ਤੋਂ ਬਿਨਾ ਕੌਣ ਹੈ? ਅੱਗ ਤੋਂ ਭਾਵ ਜੋਤ ਤੋਂ ਬਿਨਾ ਕੌਣ ਹੈ? ਕਹਿੰਦੇ ਆ ਤੇਰਾ ਲਸ਼ਕਰ ਹੈ, ਤੇਰੀ ਫੌਜ ਹੈ। ਕਾਮ ਕ੍ਰੋਧ ਲੋਭ ਅਹੰਕਾਰ ਕੀਚ ਨਹੀਂ। ਦੱਸਿਓ ਜਰਾ। ਦੇਵਤੇ, ਰਾਖਸ਼, ਮਨੁੱਖ, ਜੀਵ ਜੰਤੂ ਕਿਹਦੇ ਵਿੱਚ ਨਹੀਂ ਨੇ? ਬੜੇ ਗੁੱਝੇ ਭਾਵ ਗੁਰੂ ਸਾਹਿਬ ਨੇ ਰੱਖੇ ਨੇ। ਆਪਾਂ ਕੇਵਲ ਅੰਤਰੀਵ ਅਰਥ ਕਰੀਏ ਕਿਉਂਕਿ ਕਵੀ ਜੀ ਨੇ ਬਾਹਰਲੇ ਅਰਥ ਕੇ ਕਰਦੇ ਨੇ। ਵਾਹਿਗੁਰੂ ਇਹ ਸਭ ਤੇਰੀ ਸ਼ਕਤੀ ਹੈ। ਧਰਮ ਕਰੇ ਸਿੱਖਦਾਰੀ, ਧਰਮ ਸਰਦਾਰੀ ਕਰਦਾ ਏ, ਸਾਰਿਆਂ ਤੋਂ ਵੱਡਾ ਏ। ਧਰਤੀ ਦੇਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਧਰਤੀ ਦੇਗ ਮਿਲੇ ਕਵੇਰਾ, ਭਾਗ ਤੇਰਾ ਭੰਡਾਰੀ। ਤੂੰ ਭੰਡਾਰੀ ਹੈ, ਖਜ਼ਾਨਚੀ ਹੈ, ਖਜ਼ਾਨਾ ਤੇਰਾ ਏ। ਆ ਕਿੱਡੀ ਵੱਡੀ ਰਹਿਮਤ ਧਰਤੀ ਨੂੰ ਇੱਕ ਬਚਨ ਦੇ ਕੇ ਦੇ ਦਿੱਤਾ। ਇਹ ਚ ਮਿਰਚਾਂ ਬੀਜ ਦਿਓ ਜ਼ਹਿਰ ਵਰਗੀਆਂ ਕੌੜੀਆਂ, ਕਰੇਲੇ ਨਿੰਮ ਬੀਜ ਦਿਓ ਜ਼ਹਿਰ ਵਰਗੇ ਕੌੜੇ, ਤੇ ਗੰਨਾ ਬੀਜ ਦਿਓ, ਅੰਬ ਬੀਜ ਦਿਓ ਮਿੱਠਾ। ਕਹਿੰਦੇ ਭੰਡਾਰੀ ਨਹੀਂ ਮੁੱਕਦੇ। ਤੇਰਾ ਇੱਕ ਬਚਨ ਇਸ ਧਰਤੀ ਨੂੰ ਦਿੱਤਾ ਹੋਇਆ। ਸਭ ਕੁਝ ਧਰਤੀ ਦਾ, ਸਾਡੇ ਕੋਲ ਲੂਣ ਧਰਤੀ ਦਾ, ਪਾਣੀ ਧਰਤੀ ਦਾ, ਭੋਜਨ ਧਰਤੀ ਦਾ, ਕੱਪੜਾ ਧਰਤੀ ਤੋਂ ਹੈ। ਆ ਜਿਨ੍ਹਾਂ ਬਿਲਡਿੰਗਾਂ 'ਚ ਬੈਠੇ ਆ, ਸੀਮਟ, ਚੂਨਾ, ਰੇਤਾ, ਲੋਹਾ, ਸੋਨਾ, ਚਾਂਦੀ, ਹੀਰੇ, ਮੋਤੀ, ਸਭ ਧਰਤੀ 'ਚੋਂ ਆ ਰਹੇ ਆ। ਬੰਦੇ ਦਾ ਆਪਣਾ ਕੀ ਹੈ? ਬੰਦੇ ਨੇ ਸਿਰਫ ਸੋਧਿਆ, ਵਰਤਿਆ। ਸਭ ਤੇਰੀਆਂ ਰਹਿਮਤਾਂ ਨੇ, ਤੇਰੀਆਂ ਬਖਸ਼ਿਸ਼ਾਂ ਨੇ। ਭਾਓ ਤੇਰਾ ਭੰਡਾਰੀ ਜਿਹਨੇ ਤੇਰੇ ਨਾਲ ਪ੍ਰੇਮ ਕੀਤਾ ਨਾ, ਉਹਦੇ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ, ਸਦਾ ਹੀ ਭਰੇ ਰਹਿੰਦੇ ਨੇ। ਨਾ ਸਬੂਰ ਹੋਵੇ ਫਿਰ ਮੰਗੇ, ਨਾਰਦ ਕਰੇ ਖੁਆਰੀ। ਨਾ ਸਬੂਰ ਹੋਵੇ ਫਿਰ ਮੰਗੇ। ਕਹਿੰਦੇ ਜਿਹੜਾ ਰੱਜਿਆ ਫਿਰ ਨਹੀਂ ਮੰਗਦਾ, ਜਿਹੜਾ ਨਾ ਸਬੂਰ, ਸੰਤੋਖ ਹੀ ਨਹੀਂ, ਜਿਹਨੂੰ ਸਬਰ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਨਾਰਦ ਕਰੇ ਖੁਆਰੀ। ਨਾਰਦ ਦਾ ਅਰਥ ਹੈ ਮਨ। ਕਹਿੰਦੇ ਸਭ ਕੁਝ ਰੱਬ ਤੋਂ ਮੰਗ ਕੇ, ਰੱਬ ਤੋਂ ਲੈ ਕੇ, ਮਨ ਫੇਰ ਖੁਆਰੀਆਂ ਕਰਦਾ, ਰੱਬ ਨੂੰ ਉਲਾਂਭੇ ਦਿੰਦਾ। ਰੱਬਾ ਮੈਨੂੰ ਦਿੱਤਾ ਕੀ ਆਖੋ ਸਤਨਾਮ। ਨਾਰਦ ਕਰੇ ਖੁਆਰੀ। ਸੁਭਾਅ ਬੰਦੇ ਦਾ, ਜਿਹਨੇ ਸਭ ਕੁਝ ਦਿੱਤਾ ਉਹਨੂੰ ਇਹ ਜ਼ੀਰੋ ਮੰਨਦਾ, ਜਿਹਨੇ ਕੱਖ ਨਹੀਂ ਦਿੱਤਾ ਉਹਦੇ ਚਿਰਾਗ ਬਾਲਦਾ ਫਿਰਦਾ।
ਵੀ ਤੇਰੇ ਤੋਂ ਹੀ ਮਿਲਣਾ ਸਾਰਾ ਕੁਝ। ਕਹਿੰਦੇ ਨਾਰਦ ਕਰੇ ਖੁਆਰੀ, ਮਨੁੱਖ ਨੇ ਆਪਣੀ ਖੁਆਰੀ ਕੀਤੀ, ਆਪਣੇ ਪਰਿਵਾਰ ਦੀ, ਆਪਣੇ ਜੀਵਨ ਦੀ ਕੀਤੀ ਹੈ। ਲੱਭ ਅਧੇਰ ਬੰਦੀ ਖਾਨਾ, ਔਗਣ ਪੈਰ ਲੋਹਾਰੀ। ਲੱਭ ਅੰਧੇਰਾ ਬੰਦੀ ਖਾਨਾ, ਔਗਣ ਪੈਰ ਲੋਹਾਰੀ। ਸਾਹਿਬ ਕਹਿੰਦੇ ਆ ਲੱਭ ਲਾਲਚ ਦਾ ਬੰਦੀ ਖਾਨਾ, ਘੁੱਪ ਹਨੇਰਾ ਇੱਥੇ ਮਾਇਆ ਦਾ ਮੋਹ ਪਿਆ ਸਾਰਿਆਂ ਨੂੰ ਹੀ ਹੈ, ਹਰ ਇਨਸਾਨ ਨੂੰ, ਹਰ ਜਾਨਵਰ ਨੂੰ ਹੈ। ਤੁਸੀਂ ਕੁਛ ਵੀ ਲੈ ਜਾਓ, ਬੰਦੇ ਨੂੰ ਹੁੰਦਾ ਮੈਂ ਘਰ ਲੈ ਜਾ, ਸਾਰਿਆਂ ਨੂੰ ਹੁੰਦਾ ਜੀ। ਕੋਈ ਵੀ ਹੋਵੇ, ਖਾਣ ਦੀ ਚੀਜ਼ ਹੋਵੇ, ਪਹਿਨਣ ਦੀ ਹੋਵੇ, ਖਰੀਦਣ ਦੀ ਹੋਵੇ, ਵੇਚਣ ਦੀ ਹੋਵੇ, ਹਰ ਚੀਜ਼ ਦੀ ਚਾਹਤ ਹੈ ਆਪਣੇ ਪਰਿਵਾਰ ਲਈ ਲੈ ਜਾ। ਔਗਣ ਪੈਰ ਲੋਹਾਰੀ। ਸਾਹਿਬ ਕਹਿੰਦੇ ਬੜਾ ਵੱਡਾ ਔਗਣ ਹੈ। ਮਨੁੱਖ ਚੀਜ਼ ਦਾ ਗੁਣ ਨਹੀਂ ਵੇਖਦਾ, ਕੰਮ ਆਉਣੀ ਹੈ ਨਹੀਂ ਆਉਣੀ, ਪਰ ਇੱਕ ਲਾਲਚ ਹੈ ਜੇ ਮੈਨੂੰ ਮਿਲ ਜੇ ਮੈਂ ਘਰੇ ਲੈ ਜਾ, ਆਪਣੇ ਵਾਲੇ ਰੱਖ ਲਾਂ ਭਾਵੇਂ ਪਈ ਖਰਾਬ ਹੋ ਜੇ। ਔਗਣ ਪੈਰ ਲੋਹਾਰੀ। ਸਾਹਿਬ ਕਹਿੰਦੇ ਇਹ ਔਗਣ ਹਰ ਮਨੁੱਖ ਵਿੱਚ ਆਇਆ, ਜਿਸ ਔਗਣ ਕਰਕੇ ਮਨੁੱਖ ਪਰਮਾਤਮਾ ਨੂੰ ਭੁੱਲ ਗਿਆ। ਬੇਲੋੜੀਆਂ ਚੀਜ਼ਾਂ ਰੱਬ ਤੋਂ ਮੰਗਦਾ ਫਿਰਦਾ ਹੈ, ਬੇਲੋੜੀਆਂ ਚੀਜ਼ਾਂ ਪਿੱਛੇ ਬੰਦਾ ਭਟਕਦਾ ਫਿਰਦਾ ਏ। ਬੰਦਾ ਜਿਉਂਦਾ ਉਦੋਂ ਵੀ ਸੀ ਜਦੋਂ ਪੱਥਰਾਂ ਨਾਲ ਅੱਗ ਬਾਲਦਾ ਸੀ, ਕੇਵਲ ਲੂਣ ਇਹਦੇ ਕੋਲੇ ਸੀ ਤੇ ਪਾਣੀ ਇਹਦੇ ਕੋਲ ਸੀ, ਜੰਗਲਾਂ ਦੇ ਪੱਤੇ ਖਾਂਦਾ ਸੀ, ਉਦੋਂ ਵੀ ਰੱਬ ਦਾ ਸ਼ੁਕਰ ਕਰਦਾ ਸੀ। ਅੱਜ ਸਭ ਕੁਝ ਇਹਦੇ ਕੋਲੇ ਹੈ, ਪਰ ਗੁਰੂ ਸਾਹਿਬ ਕਹਿੰਦੇ ਨਾ ਸਬੂਰ, ਇਹਦੇ ਕੋਲ ਸਬਰ ਨਹੀਂ ਹੈ। ਆਖੋ ਸਤਿਨਾਮ। ਇਹਦੇ ਕੋਲ ਸਬਰ, ਬਿਰਲੇ ਨੇ ਸਬਰ ਵਾਲੇ। ਧਰਮ ਦੀ ਨਿਸ਼ਾਨੀ ਕੀ ਹੈ? ਧਰਮੀ ਬੰਦਾ ਸੰਤੋਖੀ ਹੋਏਗਾ। ਮਾਇਆ ਦਾ ਘਾਟਾ ਕੋਈ ਰੌਲਾ ਨਹੀਂ, ਦੇ ਗਿਆ ਤਾਂ ਵੀ ਕੋਈ ਚੱਕਰ ਨਹੀਂ, ਭੋਜਨ ਆ ਗਿਆ ਤਾਂ ਵੀ ਆਨੰਦ ਹੈ, ਨਹੀਂ ਕੋਲੇ ਤਾਂ ਵੀ ਆਨੰਦ ਹੈ। ਮਾਫ ਕਰਿਓ, ਗਿਣਤੀ ਦਾ ਧਰਮ ਸਾਡੇ ਕੋਲੇ ਹੈ, ਮੈਂ ਵੀ ਵਿੱਚ ਹੀ ਹਾਂ। ਸਾਡੇ ਅੰਦਰ ਸਬਰ ਨਹੀਂ ਹੈ, ਸੰਤੋਖ ਨਹੀਂ ਸਾਡੇ ਕੋਲੇ। ਹਰ ਵੇਲੇ ਅੰਦਰੋਂ ਤਮਾ ਲੱਗੀ ਮੈਂ ਕਦੋਂ ਕਿੱਥੇ ਕੀ ਖੱਟ ਲਾਂ, ਮੈਨੂੰ ਕੀ ਮਿਲ ਜੇ। ਜਿਉਂ ਜਿਉਂ ਬੁਢਾਪਾ ਵੱਧਦਾ ਜਾਂਦਾ ਨਾ, ਤਿਉਂ ਤਿਉਂ ਲੱਭ ਲੋਭ ਅਹੰਕਾਰ ਵਿਗੂਤਾ, ਮਾਇਆ ਮਾਹੇ ਜ਼ਮਾਨੀ। ਬੁਢਾਪਾ ਨਹੀਂ ਵਧਿਆ, ਲਾਲਚ ਵਧੀ ਜਾਂਦਾ ਹੈ, ਤਮਾ ਵਧੀ ਜਾਂਦੀ ਹੈ। ਜਵਾਨ ਨੂੰ ਛੇੜ ਕੇ ਵੇਖੋ, ਉਹ ਕਮਾ ਲਿਆ ਕਰ, ਕਹਿੰਦਾ ਲੈ ਵਧੀਆ ਜ਼ਿੰਦਗੀ ਚੱਲਦੀ ਹੈ, ਆਪੀ ਰੱਬ ਦਊ ਸਾਰਾ ਕੁਝ, ਚੱਲੀ ਜਾਊ। ਇੱਕ ਬੁੱਢੇ ਨੂੰ ਛੇੜ ਕੇ ਵੇਖਿਓ, ਮਾਇਆ ਇਕੱਠੀ ਕਰੀ ਜਾਊਗਾ, ਪਤਾ ਉਹਨੂੰ ਵੀ ਨੇੜਾ ਅੱਗੇ ਆ ਗਿਆ, ਚਲੇ ਜਾਣਾ ਦੁਨੀਆ ਤੋਂ, ਪਰ ਉਹਨੂੰ ਇਹ ਸਮਝ ਨਹੀਂ ਆਉਂਦੀ ਵੀ ਜੋ ਮੈਂ ਇਕੱਠਾ ਕਰੀ ਫਿਰਦਾ ਰਹਿਣਾ ਮੇਰੇ ਨਾਲ ਨਹੀਂ, ਮੈਂ ਆਪਣੀ ਜ਼ਿੰਦਗੀ ਨੂੰ ਆਨੰਦਿਤ ਕਿਉਂ ਨਹੀਂ ਬਣਾਉਂਦਾ, ਖੁਸ਼ ਕਿਉਂ ਨਹੀਂ ਰੱਖਦਾ ਆਪਣੇ ਆਪ ਨੂੰ। ਨਹੀਂ, ਕਿਉਂਕਿ ਜਿਉਂ-ਜਿਉਂ ਬੁਢਾਪਾ ਵਧੇਗਾ ਤਿਉਂ-ਤਿਉਂ ਤਮਾ ਵਧੇਗੀ, ਸਬਰ ਖਤਮ ਹੋਏਗਾ, ਲਾਲਚ ਵਧੇਗਾ। ਉਹਨੂੰ ਕਹਿੰਦੇ ਲੱਭ, ਤੇ ਲੱਭ ਤੋਂ ਫਿਰ ਲੋਭ ਬਣ ਜਾਂਦਾ ਵੱਡਾ। ਗੁਰੂ ਸਾਹਿਬ ਕਹਿੰਦੇ ਹਰ ਵਿਅਕਤੀ, ਹਰ ਮਨੁੱਖ ਦੀ ਇਹ ਹਾਲਤ ਬਣ ਗਈ। ਉਹ ਭਾਵੇਂ ਧਰਮੀ ਹੈ, ਭਾਵੇਂ ਅਧਰਮੀ ਕਹੀਏ ਪਾਪੀ ਹੈ, ਲੱਭ ਵਿੱਚ ਫਸਿਆ ਹੋਇਆ ਏ। ਪੂੰਜੀ ਮਾਰ ਪਵੈ ਨਿਤ ਮੁਦਗਰ, ਪਾਪ ਕਰੇ ਕੋਟਵਾਰੀ। ਪੂੰਜੀ ਮਾਰ ਪਵੈ ਨਿਤ ਮੁਦਗਰ, ਪਾਪ ਕਰੇ ਕੋਟਵਾਰੀ। ਮਰਦ ਕਹਿੰਦੇ ਕਰੋੜਾਂ ਪਾਪ ਕਰਦਾ ਹੈ ਰੋਜ਼, ਜਾਣੇ ਅਣਜਾਣੇ। ਪੂੰਜੀ ਇਕੱਠੀ ਕਰਨ ਵਾਸਤੇ, ਮਾਇਆ ਇਕੱਠੀ ਕਰਨ ਵਾਸਤੇ ਪੈਣਗੇ ਮੁਦਗਰ। ਮੁਦਗਰ ਕਿਹਨੂੰ ਕਹਿੰਦੇ ਆ? ਘੋਟਾ ਕਹਿ ਲੋ, ਮੂਸਲ। ਕਹਿੰਦੇ ਮੂਸਲਾਂ ਦੀ ਮਾਰ ਤੇਰੇ ਸਿਰ ਵਿੱਚ ਪੈਣੀ ਹੈ। ਕੌਣ ਮਾਰੇਗਾ? ਕੋਟਵਾਰ। ਕੋਟਵਾਰ ਦਾ ਅਰਥ ਹੈ ਧਰਮ ਰਾਜ, ਜਿਹਨੂੰ ਇੰਚਾਰਜ ਬਣਾਇਆ ਰੱਬ ਨੇ ਧਰਮ ਦਾ, ਵੀ ਆ ਬਈ ਚੁੱਕ ਲੈਂਦਾ ਉਹ। ਕਹਿੰਦੇ ਫਿਰ ਸਿਰਾਂ ਵਿੱਚ ਮਾਰਾਂ ਪੈਂਦੀਆਂ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਕਹਿੰਦੇ ਜਮਾਂ ਦਾ ਠੇਂਗਾ, ਉਹਨਾਂ ਦੀ ਡਾਂਗ ਸਿਰ ਵਿੱਚ ਵੱਜਦੀ ਹੈ, ਚੱਲੀ ਨਹੀਂ ਜਾਂਦੀ। ਮਰਦ ਕਹਿੰਦੇ ਆ ਮੁਦਗਰ ਤੇਰੇ ਸਿਰ ਵਿੱਚ ਪੈਣਗੇ, ਕਿਉਂਕਿ ਤੂੰ ਪੂੰਜੀ ਪਿੱਛੇ ਭੱਜਿਆ ਫਿਰਦਾ ਸੀ। ਨਾਮ ਦੀ ਪੂੰਜੀ ਕਦੇ ਇਕੱਠੀ ਨਹੀਂ ਕੀਤੀ, ਧਰਮ ਦੀ ਪੂੰਜੀ, ਸੱਚ ਦੀ ਪੂੰਜੀ ਕਦੇ ਇਕੱਠੀ ਨਹੀਂ ਕੀਤੀ। ਨਾਮ ਜਪਣ ਦਾ ਭਾਵ ਕੀ ਹੈ? ਜੀਵਨ ਵਿੱਚ ਸੱਚ ਆਉਣਾ। ਪੈਰ ਪੈਰ ਤੇ ਝੂਠ ਬੋਲੀਏ ਤੇ ਜਪੀਏ ਨਾਮ, ਕੋਈ ਫਾਇਦਾ ਹੈ? ਨਾਮ ਦਾ ਅਰਥ ਪੜ੍ਹ ਕੇ ਵੇਖੋ ਕੀ ਹੈ। ਨਾਮ ਸੱਚ ਕਮਾਉਣਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਗੁਰੂ ਤੇਗ ਬਹਾਦਰ ਪਾਤਸ਼ਾਹ ਅਰਥ ਕਰਦੇ ਆ ਨਾਮ ਦਾ। ਕਹਿੰਦੇ ਸੱਚ ਬੋਲਣਾ, ਸੱਚ ਲਈ ਲੜਨਾ, ਸੱਚ ਲਈ ਮਰਨਾ, ਇਹ ਧਰਮ ਹੈ। ਅੱਜ ਤੱਕ ਜਿੰਨੇ ਸਿੱਖ ਕੌਮ ਵਿੱਚ ਜੰਗ ਹੋਏ ਨੇ, ਯੁੱਧ ਹੋਏ ਨੇ, ਪਦਾਰਥਾਂ ਲਈ ਨਹੀਂ, ਪੈਸੇ ਲਈ ਨਹੀਂ, ਕਾਹਦੇ ਲਈ ਹੋਏ ਆ? ਸੱਚ ਲਈ ਹੋਏ ਆ। ਜਬਰ ਜ਼ੁਲਮ ਦੀ ਖਿਲਾਫਤ ਕੀਤੀ ਆ, ਸੱਚ ਦਾ ਸਹਾਰਾ ਲੈ ਕੇ। ਸੱਚ ਕੀ ਸੀ? ਨਾਮ। ਬਾਬਾ ਦੀਪ ਸਿੰਘ ਜੀ ਨੇ ਖੰਡਾ ਵਾਹਿਆ ਕਾਹਦੇ ਲਈ? ਸੱਚ ਲਈ। ਭਗਤੀ ਕੀਤੀ, ਉਹ ਭਗਤੀ ਨੇ ਸੱਚ ਪ੍ਰਗਟ ਕੀਤਾ ਅੰਦਰ, ਤੇ ਫਿਰ ਉਹਨਾਂ ਨੇ ਆਹੂ ਲਾ ਦਿੱਤੇ।
ਮਰਦ ਕਹਿੰਦੇ ਸੱਚ ਕਮਾਉਣਾ ਜੀਵਨ ਵਿੱਚ, ਸੱਚ ਤੋਂ ਬਗੈਰ ਧਰਮ ਅਧੂਰਾ ਹੁੰਦਾ ਏ। ਭਾਵੇਂ ਚੰਗਾ ਭਾਵੇਂ ਮੰਦਾ, ਜੈਸੀ ਨਦਰ ਤੁਮਾਰੀ। ਕਿੰਨਾ ਵੱਡਾ ਸ਼ੁਕਰਾਨਾ ਗੁਰੂ ਨਾਨਕ ਪਾਤਸ਼ਾਹ ਕਰਦੇ, ਕਹਿੰਦੇ ਭਾਵੇਂ ਚੰਗਾ ਭਾਵੇਂ ਮੰਦਾ, ਜੈਸੀ ਨਦਰ ਤੁਮਾਰੀ। ਚੰਗਾ ਹੋਵੇ ਭਾਵੇਂ ਮਾੜਾ ਹੋਵੇ, ਭਾਵੇਂ ਦਵਰਥ ਅੰਦਰ ਭਾ ਰਿਹਾ ਮੈਨੂੰ ਚੰਗਾ ਲੱਗਦਾ, ਕਿਉਂ? ਕਿਉਂਕਿ ਇਹ ਸਭ ਤੇਰੀ ਨਜ਼ਰ 'ਚ ਹੋ ਰਿਹਾ। ਸਤਿਨਾਮ। ਮੈਂ ਕਿਵੇਂ ਮਾੜਾ ਕਹਿ ਦਿਆਂ? ਤੂੰ ਜਿਸ ਇਨਸਾਨ ਨੂੰ ਬੁਰੇ ਕੰਮਾਂ ਲਈ ਲਾਇਆ, ਉਹਨੇ ਬੁਰੇ ਹੀ ਤੇ ਕਰਨੇ ਆ। ਜੇ ਉਹਦੇ ਵੱਸ ਦਾ ਹੁੰਦਾ ਤੇ ਕੌਣ ਚਾਹੁੰਦਾ ਮੈਂ ਝੂਠ ਬੋਲਾਂ, ਕੌਣ ਚਾਹੁੰਦਾ ਮਾੜੇ ਕੰਮ ਕਰਾਂ, ਕੌਣ ਚਾਹੁੰਦਾ ਮੈਂ ਦੁਖੀ ਹੋਵਾਂ, ਕਿਸੇ ਦੀ ਬੁਰਾਈ ਕਰਕੇ ਮੈਂ ਆਪ ਰੋਵਾਂ? ਚਾਹੁੰਦਾ ਕੋਈ ਨਹੀਂ, ਉਹਦੇ ਵੱਸ ਦਾ ਹੀ ਕੰਮ ਨਹੀਂ। ਰੱਬ ਨੇ ਰੱਖਿਆ ਉਹਨੂੰ ਉੱਥੇ ਹੋਇਆ। ਸਭ ਕਹਿੰਦੇ ਜੈਸੀ ਨਜ਼ਰ ਤੁਮਾਰੀ। ਮੇਰੇ ਵਾਹਿਗੁਰੂ ਜਿਹੋ ਜੀ ਤੇਰੀ ਨਜ਼ਰ ਆ ਨਾ, ਤੇਰੀ ਨਜ਼ਰ 'ਚ ਜੋ ਹੁੰਦਾ ਏ, ਤੇਰੇ ਪਿਆਰਿਆਂ ਦੀ ਨਜ਼ਰ ਵਿੱਚ ਉਹ ਹੀ ਭਲਾ। ਉਹਨਾਂ ਤੇ ਉਦੋਂ ਨਹੀਂ ਕਿਹਾ ਜਦੋਂ ਸਵਾ ਮਣ ਦੇ ਪੀਸਣੇ ਪੈਂਦੇ ਸੀ, ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਪੁੱਤਾਂ ਦੇ ਟੁਕੜੇ ਕਰਕੇ ਗਲਾਂ ਵਿੱਚ ਹਾਰ ਪਾਏ। ਉਦੋਂ ਵੀ ਨਹੀਂ ਕਿਹਾ ਵੀ ਰੱਬਾ ਸਾਡੇ ਨਾਲ ਪੰਥ ਨਾਲ ਮਾੜਾ ਹੋ ਗਿਆ। ਉਦੋਂ ਵੀ ਉਹਨਾਂ ਮਾਵਾਂ ਦੀ ਅਰਦਾਸ ਹੁੰਦੀ ਸੀ, ਵਾਹਿਗੁਰੂ ਤੇਰੇ ਸ਼ੁਕਰਾਨੇ ਵਿੱਚ ਦਿਨ ਚੜ੍ਹਦੀ ਕਲਾ ਦਾ ਬਤੀਤ ਹੋਇਆ, ਰਾਤ ਤੇਰੇ ਭਾਣੇ ਤੇ ਸ਼ੁਕਰ 'ਚ ਬਤੀਤ ਹੋਈ। ਉਹਨਾਂ ਤੇ ਕਿਹਾ ਹੀ ਨਹੀਂ ਮਾੜਾ ਹੋਇਆ, ਕਹਿੰਦੇ ਨਹੀਂ ਚੰਗਾ ਹੋਇਆ। ਜੋ ਤੂੰ ਕੀਤਾ ਸਭ ਤੇਰੀ ਨਜ਼ਰ ਸਾਨੀ ਵਿੱਚ ਹੋਇਆ ਏ। ਆਦ ਪੁਰਖ ਕੋ ਅੱਲਾਹ ਕਹੀਏ, ਸਿੱਖਾਂ ਆਏ ਵਾਰੀ। ਫਿਰ ਸਤਿਗੁਰਾਂ ਨੇ ਇਸਲਾਮ ਵੱਲ ਇਸ਼ਾਰਾ ਕੀਤਾ, ਕਹਿੰਦੇ ਆਦ ਪੁਰਖ ਕੋ ਅੱਲਾਹ ਕਹੀਏ। ਅੱਲਾ ਕਿਹਨੂੰ ਕਹਿੰਦੇ ਆ? ਅੱਲਾ ਸ਼ਬਦ ਦੇ ਅਰਥ ਖੋਲ ਕੇ ਵੇਖੀਏ ਨਾ ਜੇ ਅਰਬੀ ਵਿੱਚ, ਉਹਨੂੰ ਕਹਿੰਦੇ ਆਦ ਪੁਰਖ। ਕਿਸੇ ਮੁਸਲਮਾਨ ਵੀਰ ਨੂੰ ਪੁੱਛੋ ਅੱਲਾ ਕੀ ਹੈ, ਬਾਣੀ ਕਹਿੰਦੀ ਅੱਲਾਹ ਪਾਕਨ ਪਾਕ ਹੈ। ਸ਼ੱਕ ਕਰੋ ਜੀ ਦੂਸਰੇ ਵੇ ਵੀ ਰੱਬਾ ਮੇਰਿਆ ਤੂੰ ਪਾਕਨ ਪਾਕ ਪਵਿੱਤਰ ਤੋਂ ਪਵਿੱਤਰ ਹੈ, ਮੈਂ ਤੇਰੇ ਤੇ ਕੀ ਸ਼ੱਕ ਕਰਾਂ? ਸ਼ੱਕ ਤੇ ਤਾਂ ਕਰਾਂ ਜੇ ਤੇਰੇ ਵਰਗਾ ਕੋਈ ਦੂਜਾ ਹੋਵੇ। ਆਖੋ ਸਤਨਾਮ। ਉਹਨੂੰ ਕਹਿੰਦੇ ਆਦ ਪੁਰਖ। ਬੜੀ ਵਾਰ ਆਦ ਪੁਰਖ ਸ਼ਬਦ ਬਾਣੀ ਵਿੱਚ ਹੀ ਹੁੰਦਾ ਹੈ। ਆਦ ਪੁਰਖ ਅਪਰੰਪਰ ਕਹੀਏ, ਬੜੀ ਵਾਰ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਆਦ ਪੁਰਖ ਸ਼ਬਦ ਆਉਂਦਾ ਹੈ। ਮਹਾਰਾਜ ਕਹਿੰਦੇ ਆਦ ਪੁਰਖ ਕੋ ਅੱਲਾਹ ਕਹੀਏ। ਕਹਿੰਦੇ ਅੱਲਾ ਕਹਿੰਦੇ ਨੇ ਆਦ ਪੁਰਖ ਪਰਮਾਤਮਾ ਨੂੰ, ਅੱਲਾ ਕੋਈ ਹੋਰ ਥੋੜੀ ਹੈ। ਕਿਸੇ ਮੁਸਲਮਾਨ ਵੀਰ ਨੂੰ ਪੁੱਛੋ ਅੱਲਾ ਕੌਣ ਹੈ, ਕਹਿੰਦੇ ਜਿਹਨੇ ਸ੍ਰਿਸ਼ਟੀ ਸਾਜੀ ਹੈ, ਜਿਹਨੇ ਦੁਨੀਆ ਬਣਾਈ ਹੈ, ਮੇਰਾ ਉਹ ਰੱਬ, ਮੇਰਾ ਉਹ ਮੌਲਾ ਅੱਲਾਹ ਤਾਲਾ ਜੋ ਪਹਿਲਾਂ ਤੋਂ ਹੀ ਹੈ। ਅੱਗੇ ਬਚਨ ਕੀ ਆਇਆ? ਸ਼ੇਖਾਂ ਆਈ ਵਾਰੀ। ਸਾਹਿਬ ਕਹਿੰਦੇ ਸ਼ੇਖਾਂ ਦੀ ਮੁਸਲਮਾਨਾਂ ਦੀ ਵਾਰੀ ਆ ਗਈ ਭਾਈ। ਹੁਣ ਇਹ ਅੱਲਾ ਅੱਲਾ ਕਰਕੇ ਲੋਕਾਂ ਤੇ ਜ਼ੁਲਮ ਢਾਉਣਗੇ। ਆਖੋ ਸਤਿਨਾਮ। ਵਕਤ ਆਈ ਨਾ, ਕਦੇ ਵਕਤ ਸੀ ਸਨਾਤਨ ਮਤ ਦਾ, ਨਾ ਆਪਣੀ ਰਾਮ ਰੌਲੀ ਪਾਈ, ਆਪਣਾ ਜ਼ਿਕਰ ਕੀਤਾ। ਇਸਲਾਮ ਅੱਲਾ ਦੀ ਗੱਲ ਕਰਦਾ ਹੈ, ਤਾਂ ਹੀ ਤੇ ਗੁਰੂ ਸਾਹਿਬ ਨੇ ਕਿਹਾ ਕੋਈ ਬੋਲੇ ਰਾਮ ਕੋਈ ਖੁਦਾਏ, ਕੋਈ ਸੇਵੇ ਗੋਸਈਆਂ ਕੋਈ ਅਲਾਏ। ਨਫ਼ਰਤ ਕਾਹਦੀ ਹੈ? ਅੱਲਾ ਹੀ ਤੇ ਆਦ ਪੁਰਖ ਨੂੰ ਕਹਿੰਦੇ ਨੇ। ਆਦ ਪੁਰਖ ਪਰਮਾਤਮਾ ਹੀ ਤੇ ਸਾਡਾ ਰੱਬ ਹੈ। ਫਰਕ ਕੀ ਹੈ? ਨਾਮ ਦਾ ਹੀ ਫਰਕ ਹੈ। ਇਹ ਗੱਲਾਂ ਸਮਝਣ ਵਾਲੀਆਂ। ਮਹਾਰਾਜ ਕਹਿੰਦੇ ਆਦ ਪੁਰਖ ਕੋ ਅੱਲੋ ਕਹੀਏ, ਸਿੱਖਾਂ ਆਈ ਵਾਰੀ। ਕਹਿੰਦੇ ਹੁਣ ਸ਼ੇਖਾਂ ਦੀ ਵਾਰੀ ਆ ਗਈ ਭਾਈ, ਇਹ ਆਪਣੀ ਮਨ ਮਨੌਤ ਕਰਨਗੇ। ਇਹ ਵੀ ਰੱਬ ਦੇ ਭਾਣੇ ਵਿੱਚ ਹੁੰਦਾ ਏ। ਦੇਵਲ ਦੇਵਤਿਆਂ ਕਰ ਲਾਗਾ, ਐਸੀ ਕੀਰਤ ਚਾਲੇ। ਐਸੀ ਕੀਰਤ ਚਾਲੀ। ਦੇਵਲ ਦੇਵਤਿਆਂ ਕਰ ਲਾਗਾ। ਦੇਵਲ ਨਾਮ ਹੈ ਮੰਦਰਾਂ ਦਾ, ਦੇਵਤੇ ਨਾਮ ਮੂਰਤੀਆਂ ਦਾ। ਜਿਹੜੇ ਦੇਵਤਿਆਂ ਦੀਆਂ ਮੂਰਤੀਆਂ ਸੀ ਉਹਨਾਂ ਨੂੰ ਕਰ ਕਹਿੰਦੇ ਟੈਕਸ ਲੱਗ ਗਿਆ। ਲਾਇਆ ਮੁਸਲਮਾਨਾਂ ਟੈਕਸ। ਜਦੋਂ ਰਾਜ ਆਇਆ ਨਾ ਉਹਨਾਂ ਦਾ, ਆ ਹਿੰਦੁਸਤਾਨ ਦੀ ਧਰਤੀ ਤੇ ਮੰਦਿਰ ਢਾਏ ਗਏ, ਮੰਦਿਰਾਂ ਤੇ ਟੈਕਸ ਲੱਗਦਾ ਸੀ। ਜੇ ਕਿਸੇ ਨੇ ਮੱਥਾ ਟੇਕਣਾ ਤੇ ਟੈਕਸ ਭਰੋ, ਹਾਲਾ ਭਰੋ। ਤੇ ਅੱਜ ਦੀਆਂ ਸਰਕਾਰਾਂ ਨੇ ਛੱਡਿਆ ਕੋਈ ਗੁਰਦੁਆਰਾ ਮੰਦਿਰ ਮਸਜਿਦ, ਸਾਰਾ ਕਿਤੇ ਟੈਕਸ ਨੇ। ਉਹੀ ਹਾਲ ਹੈ। ਸਾਹਿਬ ਕਹਿੰਦੇ ਇਹਨਾਂ ਤੇ ਕਰ ਲੱਗ ਗਿਆ, ਟੈਕਸ ਲੱਗ ਗਿਆ, ਪਰ ਤੇਰੀ ਨਜ਼ਰ 'ਚ ਹੀ ਹੈ। ਮਾੜਾ ਥੋੜੀ ਗਿਆ। ਇਹ ਕਿੱਥੇ ਗਿਆ ਵੀ ਉਹਨਾਂ ਨੇ ਇਹਨਾਂ ਤੇ ਵਾਰ ਕਰਤਾ ਮਾੜਾ ਹੋ ਗਿਆ? ਕਦੇ ਵੀ ਨਹੀਂ ਗਿਆ। ਸਿੱਖ ਇਤਿਹਾਸ, ਗੁਰ ਇਤਿਹਾਸ ਸਾਰਾ ਪੜ੍ਹ ਲਓ, ਇੱਕ ਸ਼ਬਦ ਲੱਭ ਕੇ ਵਿਖਾ ਦਿਓ ਜਿੱਥੇ ਕਿਤੇ ਗੁਰੂ ਸਾਹਿਬ, ਗੁਰੂ ਪਰਿਵਾਰ, ਕਿਸੇ ਖਾਲਸੇ, ਕਿਸੇ ਸਿੱਖ ਨੇ ਕਿਹਾ ਹੋਵੇ ਵੀ ਇਹ ਸਾਡੇ ਨਾਲ ਤੇ ਮਾੜਾ ਹੋ ਗਿਆ ਜੀ। ਅਨੰਦਪੁਰ ਸਾਹਿਬ ਗਿਆ, ਸਰਬੰਸ ਵਾਰ ਦਿੱਤਾ, ਸਭ ਕੁਝ ਖਜ਼ਾਨਿਆਂ ਤੋਂ ਲੈ ਕੇ ਸਭ ਉਜੜ ਗਿਆ। ਇੱਕ ਸ਼ਬਦ ਕਹਿ ਦਿਓ ਮਰਦ ਨੇ ਕਿਹਾ ਹੋਵੇ ਵੀ ਸਾਡੇ ਨਾਲ ਬੁਰਾ ਹੋ ਗਿਆ, ਰੱਬ ਨੂੰ ਲਾਂਭਾ ਦਿੱਤਾ ਹੋਵੇ? ਨਹੀਂ, ਇੱਕੋ ਗੱਲ ਕਹਿੰਦੇ ਸੀ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ।
ਸ਼ੁਕਰਾਨਾ, ਉਹਨੂੰ ਕਹਿੰਦੇ ਸਿੱਖੀ। ਸਿੱਖੀ ਸੌਖੀ ਨਹੀਂ ਹੈ, ਦੁੱਖਾਂ ਤੇ ਘਾਟੀਆਂ ਦਾ ਨਾਮ ਹੈ ਸਿੱਖੀ। ਤੇ ਅਸੀਂ ਸਿੱਖੀ ਲੱਭਦੇ ਹਾਂ ਲੇਲੇ ਪੋਚੇ ਵਾਲੀ, ਰੌਲਾ ਹੋਵੇ, ਵੱਡਾ ਗਾਤਰਾ ਪਾਇਆ, ਸੋਹਣਾ ਲੱਗੇ, ਵਧੀਆ, ਲੋਕਾਂ ਨੂੰ ਚੰਗਾ ਲੱਗੇ, ਮਿੱਠਾ ਮਿੱਠਾ ਬੋਲੇ, ਪਖੰਡ ਕਰੇ। ਲੋਕੀ ਕਹਿੰਦੇ ਤੇ ਬ੍ਰਹਮ ਗਿਆਨੀ, ਤੇ ਸਿੱਖ ਬੜਾ। ਨਹੀਂ, ਸਿੱਖਾਂ ਦੇ ਜੀਵਨ ਪੜ੍ਹੋ, ਸਿੱਖੀ ਦਾ ਇਤਿਹਾਸ ਪੜ੍ਹੋ, ਗੁਰ ਇਤਿਹਾਸ ਪੜ੍ਹੋ, ਰੱਬ ਦੇ ਸ਼ੁਕਰ ਵਿੱਚ ਸ਼ੁਕਰ ਮਨਾਉਣਾ, ਇਹਨੂੰ ਸਿੱਖੀ ਕਹਿੰਦੇ ਆ। ਅਸੀਂ ਤੇ ਨੇੜੇ ਤੇੜੇ ਵੀ ਨਹੀਂ, ਸਾਡੇ ਤੇ ਸੱਟ ਵੱਜ ਉਹਦੇ ਕਹਿੰਦੇ ਲੈ ਰੱਬਾ ਮੈਂ ਤੇ ਰੋਜ਼ ਗੁਰਦੁਆਰੇ ਜਾਂਦਾ, ਮੇਰੇ ਤੇ ਲੱਤ ਤੇ ਸੱਟ ਮਾਰਤੀ, ਮੇਰਾ ਤੇ ਖੂਨ ਬਣਿਆ, ਮੇਰੀ ਤੇ ਬਾਂਹ ਟੁੱਟ ਗਈ, ਮੇਰੇ ਤੇ ਆਹ ਹੋ ਗਿਆ, ਮੈਂ ਤੇ ਰੋਜ਼ ਸੇਵਾ ਕਰਦਾ ਸੀ, ਮੇਰੇ ਨਾਲ ਇਹ ਕਿਉਂ ਹੋਇਆ? ਸ਼ੁਕਰ ਕਿੱਥੇ ਹੈ? ਕਿਤੇ ਵੀ ਨਹੀਂ, ਉਲਾਂਭੇ ਨੇ। ਅੱਜ ਗੁਰੂ ਪਾਤਸ਼ਾਹ ਕਹਿੰਦੇ ਆ, ਕਹਿੰਦੇ ਦੇਵਲ ਦੇਵਤਿਆਂ ਕਰ ਲਾਗਾ ਟੈਕਸ ਲਾ ਦਿੱਤੇ। ਇਹਨਾਂ ਦਾ ਵਕਤ ਆਇਆ, ਵਕਤ ਸਭ ਦਾ ਆਉਂਦਾ ਹੈ, ਕਦੇ ਪਾਪੀਆਂ ਦਾ, ਕਦੇ ਪੁੰਨੀਆਂ ਦਾ, ਕਦੇ ਭਿਖਾਰੀਆਂ ਦਾ, ਕਦੇ ਰਾਜਿਆਂ ਦਾ, ਪਰ ਸਦਾ ਕੋਈ ਰਹਿੰਦਾ ਨਹੀਂ। ਕੂਜਾ ਭਾਂਗ ਨਿਵਾਜਲ ਮੁਸਲਾ, ਨੀਲ ਰੂਪ ਬਨਵਾਰੇ। ਕੂਜਾ ਵਾਂਗ ਮੁਸੱਲਾ, ਮਰਦ ਕਹਿੰਦੇ ਭਾਈ ਕੂਜਾ ਨਾਮ ਗੜਬੇ ਦਾ, ਇਹ ਪਾਸੇ ਹੋ ਗਏ, ਮੁਸੱਲੇ ਵਿੱਚ ਗਏ। ਨੀਲ ਬਸਤਰ ਬਨਵਾਰੀ, ਨੀਲੇ ਕੱਪੜਿਆਂ ਦਾ ਰਿਵਾਜ ਆ ਗਿਆ। ਹਾਜੀ ਹੱਜ ਕਰਨ ਚੱਲੇ ਆ, ਅੱਲਾਹੂ ਅਕਬਰ, ਅੱਲਾਹੂ ਅਕਬਰ ਇਸ ਧਰਤੀ ਤੇ ਵੀ ਹੋਈ। ਜੇ ਗੁਰੂ ਕਲਗੀਧਰ ਪਾਤਸ਼ਾਹ ਨਾ ਹੁੰਦੇ ਤੇ ਫਿਰ ਕੀ ਹੋਣਾ ਸੀ? ਸਭ ਨੂੰ ਪਤਾ ਹੈ। ਫਿਰ ਲੱਭਣੇ ਸੀ ਮੰਦਰ, ਲੱਭਣਾ ਸੀ ਸਨਾਤਨ ਕਿਤੇ? ਨਹੀਂ, ਮੇਰੇ ਬਾਜਾਂ ਵਾਲੇ ਸਤਿਗੁਰੂ ਨੇ ਉਸ ਜ਼ੁਲਮ ਦੇ ਖਿਲਾਫ ਤਲਵਾਰ ਚੁੱਕੀ। ਜ਼ੁਲਮ ਉਦੋਂ ਜਦੋਂ ਅੰਤ ਢਾ ਲਿਆ ਉਹਨਾਂ ਨੇ, ਪਹਿਲਾਂ ਤੇ ਚੱਲ ਹੀ ਰਿਹਾ ਸੀ। ਕੀ ਗੁਰੂ ਨਾਨਕ ਸਾਹਿਬ ਵੇਲੇ ਬਾਬਰ ਨਹੀਂ ਆਇਆ? ਬਾਬਰ ਨੇ ਰਾਜ ਨਹੀਂ ਕੀਤਾ। ਬਾਬਰ ਦੇ ਰਾਜ ਵਿੱਚ ਐਡਾ ਪਾਪ ਨਹੀਂ ਸੀ ਜਿੰਨਾ ਔਰੰਗਜ਼ੇਬ ਕਰਨ ਲੱਗ ਗਿਆ। ਜਹਾਂਗੀਰ ਵੇਲੇ, ਅਕਬਰ ਵੇਲੇ ਮੰਦਰ ਨਹੀਂ ਸੀ, ਇੱਥੇ ਸੀ ਕਿਤੇ ਕਿਤੇ ਟਾਵੇਂ ਟਾਵੇਂ ਚੱਲੀ ਜਾਂਦਾ ਸੀ, ਕਿਸੇ ਨੂੰ ਕੁਝ ਨਹੀਂ ਸੀ ਕਹਿੰਦੇ। ਬੀਰਬਲ ਵਰਗੇ ਪੰਡਤ ਅਕਬਰ ਕੋਲ ਬੈਠੇ ਸੀ। ਜਦੋਂ ਜ਼ੁਲਮ ਹੋ ਗਿਆ, ਫਿਰ ਜ਼ੁਲਮ ਦੇ ਵਿਰੁੱਧ ਉਸ ਗੁਰੂ ਨਾਨਕ ਪਾਤਸ਼ਾਹ ਨੇ 10ਵੇਂ ਜਾਮੇ ਵਿੱਚ ਤਲਵਾਰ ਚੁੱਕੀ ਹੈ, ਉਹ ਵੀ ਉਹਦੇ ਹੁਕਮ 'ਚ ਚੁੱਕੀ ਹੈ। ਜਦੋਂ ਪਰਮਾਤਮਾ ਦਾ ਹੁਕਮ ਆਇਆ ਨਾ ਵੀ ਹੁਣ ਤੇ ਅੰਤ ਆ ਗਿਆ ਇਹਨਾਂ ਲੋਕਾਂ ਦਾ, ਫਿਰ ਪੰਥ ਸਾਜਿਆ। ਇਹ ਤੇ ਆਪ ਲਿਖਦੇ ਆ ਪਾਤਸ਼ਾਹ, ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਕਿਤੇ ਵੀ ਨਹੀਂ ਕਿਹਾ ਵੀ ਮੈਂ ਰੱਬ ਦੇ ਵਿਰੁੱਧ ਪੰਥ ਸਾਜਿਆ, ਉਹਦੇ ਹੁਕਮ ਨਾਲ, ਉਹਦੀ ਰਜ਼ਾ ਦੇ ਅਨੁਸਾਰ ਇਹਨਾਂ ਸਾਖਤਾਂ ਦਾ ਨਾਸ ਕੀਤਾ ਹੈ। ਕਿਉਂਕਿ ਜੇ ਮੈਂ ਇੱਕ ਪਾਸੇ ਗੱਲ ਸੁਣਾ ਗਿਆ ਤੇ ਦੂਜੇ ਪਾਸੇ ਕੋਈ ਸਵਾਲ ਕਰ ਦੂ ਸੁਣਨ ਵਾਲਾ ਵੀ ਫੇਰ ਜੇ ਇੱਥੇ ਸਾਰਾ ਕੁਝ ਰੱਬ ਦਾ ਭਾਣਾ ਤੇ ਗੁਰੂ ਕਲਗੀਧਰ ਨੇ ਤਲਵਾਰ ਕਿਉਂ ਚੱਕੀ? ਉਹ ਨਹੀਂ ਸੀ ਭਾਣਾ। ਪਰ ਗੱਲ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਏ ਤੇ ਭਰਮ ਰਹਿੰਦਾ ਕੋਈ ਨਹੀਂ, ਵਹਿਮ ਰਹਿੰਦਾ ਕੋਈ ਨਹੀਂ। ਇਹ ਸਭ ਉਹੀ ਬਚਨ ਗੁਰੂ ਸਾਹਿਬ ਇਸ਼ਾਰਾ ਕਰਦੇ ਆ, ਕਹਿੰਦੇ ਵਕਤ ਆਏਗਾ ਦੇਵੀ ਦੇਵਤਿਆਂ ਤੇ ਟੈਕਸ ਲੱਗਿਆ ਕਰਨਗੇ। ਉਹ ਬਚਨ ਕੀਤਾ ਗੁਰੂ ਸਾਹਿਬ ਨੇ, ਗਊ ਬ੍ਰਾਹਮਣ ਕਉ ਕਰ ਲਾਊ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾਂ ਖਾਈ। ਕਹਿੰਦੇ ਕੀ ਹੋਇਆ? ਤੁਸੀਂ ਉਹਨਾਂ ਤੇ ਟੈਕਸ ਲਾਉਂਦੇ ਫਿਰਦੇ ਹੋ, ਉਹਨਾਂ ਨੂੰ ਮਲੇਸ਼ ਕਾਫਰ ਕਹਿੰਦੇ ਹੋ, ਪਰ ਉਹਨਾਂ ਕਾਫਰਾਂ ਤੋਂ ਟੈਕਸ ਲੈ ਕੇ ਖਾਈ ਜਾਂਦੇ ਹੋ। ਅੱਲਾ ਨੇ ਕਿੱਥੇ ਕਿਹਾ ਵੀ ਉਹਨਾਂ ਦਾ ਹਰਾਮ ਦਾ ਪੈਸਾ ਖਾਓ, ਕਿਸੇ ਦੀ ਠੱਗੀ ਮਾਰ ਕੇ ਖਾਓ? ਕਸਰ ਤੇ ਕੋਈ ਨਹੀਂ ਨਾ ਛੱਡੀ ਸੱਚੇ ਪਾਤਸ਼ਾਹ ਨੇ, ਸੱਚੀਆਂ ਤੇ ਖਰੀਆਂ ਆਖੀਆਂ ਨੇ। ਕਹਿੰਦੇ ਤਾਂ ਕੀ ਹੋਇਆ ਜੇ ਇਹਨਾਂ ਨੇ ਕਰ ਲਾ ਦਿੱਤੇ ਨੇ। ਘਰ ਕਰ ਮੀਆਂ ਸਭਨਾ ਜੀਆਂ, ਬੋਲੇ ਅਵਰ ਤੁਮਾਰੇ। ਘਰ ਘਰ ਮੀਆਂ ਸਭਨਾ ਜੀਆਂ, ਬੋਲੇ ਅਵਰ ਤੁਮਾਰੀ। ਹੁਣ ਮੀਆਂ ਸ਼ਬਦ ਹੈ, ਮੁਸਲਮਾਨ ਵੀਰ ਬਹੁਤ ਵਰਤਦੇ ਆ। ਮੀਆਂ ਦਾ ਅਰਥ ਕੀ ਹੈ? ਖਸਮ, ਪਿਓ। ਇੱਥੇ ਸਾਡੇ ਵਾਲੇ ਲਾਣੇ ਨੇ ਪਤਾ ਨਹੀਂ ਕਿੰਨੇ ਕੁ ਮੀਆਂ ਬਣਾਏ, ਕੋਈ ਮਲੇਰਕੋਟਲੇ ਵਾਲਾ, ਕੋਈ ਫਲਾਣੇ ਕੋਟਲੇ ਵਾਲਾ, ਪਤਾ ਨਹੀਂ ਕਿੰਨੇ ਅਕਲ ਤੁਰੇ ਫਿਰਦੇ। ਮਰਦ ਕਹਿੰਦੇ ਹੋਊਗਾ ਘਰ ਘਰ ਮੀਆਂ ਸਭਨਾ ਜੀਆਂ, ਹਰ ਘਰ ਵਿੱਚ ਕਿਸੇ ਨਾ ਕਿਸੇ ਮੀਆਂ ਨੇ ਪੈਰ ਪਸਾਰੇ ਹੋਣੇ ਆ। ਬੋਲੀ ਅਵਰ ਤੁਮਾਰੀ, ਕਹਿੰਦੇ ਬੋਲੀ ਬੋਲਿਆ ਕਰਨਗੇ, ਅੱਲਾਹੂ ਅਕਬਰ, ਸਲਾਮ ਅਲੈਕਮ। ਨਹੀਂ ਹੁੰਦਾ ਅੱਜ। ਵਰਲਡ ਦੀ ਗਿਣਤੀ ਕਰਕੇ ਵੇਖ ਲਓ, ਸਭ ਤੋਂ ਵੱਧ ਗਿਣਤੀ ਕਿਹਨਾਂ ਦੀ ਹੈ? ਪਹਿਲੇ ਨੰਬਰ ਤੇ ਇਸਲਾਮ, ਦੂਜੇ ਨੰਬਰ ਤੇ ਕ੍ਰਿਸਚਨ ਨੇ, ਤੇ ਤੀਜੇ ਨੰਬਰ ਤੇ ਸਨਾਤਨ ਮਤ ਹੈ। ਤੀਜੇ ਤੇ ਸਭ ਤੋਂ ਵੱਧ ਗਿਣਤੀ ਜੇ ਵੇਖੀ ਜਾਏ ਤੇ ਮੁਸਲਮਾਨ ਲੋਕਾਂ ਦੀ ਹੈ। ਉਹ ਏਸ਼ੀਆ ਹੋਵੇ ਭਾਵੇਂ ਉਹ ਪੱਛਮ ਹੋਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਘਰ ਘਰ ਵਿੱਚ ਮੀਆਂ ਦੇ ਜ਼ਿਕਰ ਹੋਇਆ ਕਰਨਗੇ। ਸਭ ਮੁਸਲਮਾਨ ਲੋਕਾਂ ਨੂੰ ਆਪਣਾ ਪਿਤਾ ਕਿਹਾ ਕਰਨਗੇ। ਕਹਿੰਦੇ ਰਹੇ ਆ ਜੀ। 22 ਧਾਰ ਦੇ ਰਾਜੇ ਸਨਾਤਨ ਮਤ ਦੇ ਸੀ, ਡੋਲੇ ਲਈ ਬੈਠੇ ਸੀ ਤੇ ਔਰੰਗਜ਼ੇਬ ਦਾ ਪਾਣੀ ਭਰਦੇ ਸੀ, ਵਜੀਦ ਖਾਂ ਪਾਪੀ ਦਾ ਪਾਣੀ ਭਰਦੇ ਸੀ। ਕੀ ਹੋ ਰਿਹਾ ਸੀ? ਇਹ ਬਚਨਾਂ 'ਚ ਲਿਖਿਆ ਹੋਇਆ ਸਾਰਾ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਲੋਕਾਂ ਦੀ ਬੋਲੀ ਬਦਲ ਜਾਣੀ ਹੈ। ਜੇ ਤੂੰ
ਮੀਰ ਮਹੀਪਤ ਸਾਹਿਬ ਕੁਦਰਤ ਕੋਣ ਹਮਾਰੇ। ਜੇ ਤੂੰ ਮੀਰ ਮਹੀਪਤ ਸਾਹਿਬ, ਰੱਬਾ ਮੇਰਿਆ ਜੇ ਤੂੰ ਮੀਰ ਕਹੀਏ ਰਾਜਾ ਏ, ਮਹੀਪਤ ਰਾਜਿਆਂ ਦਾ ਰਾਜਾ ਏ, ਤੇ ਸਭ ਤੇਰੀ ਕੁਦਰਤ ਵਿੱਚ ਹੁੰਦਾ ਤੇ ਅਸੀਂ ਕੀ ਕਰ ਸਕਦੇ ਹਾਂ? ਇਹ ਤੇ ਤੇਰੀ ਕੁਦਰਤ ਆ ਨਾ, ਕੁਦਰਤ ਤੋਂ ਬਾਹਰ ਕੁਝ ਹੋਇਆ ਕਦੇ? ਇੱਥੇ ਕੀ ਚੰਗਾ ਹੈ ਕੀ ਮਾੜਾ ਹੈ? ਸਾਡੇ ਲਈ ਹੋ ਸਕਦਾ ਚੰਗਾ ਮਾੜਾ, ਇੱਕ ਬ੍ਰਹਮ ਗਿਆਨੀ ਲਈ ਕੁਝ ਵੀ ਮਾੜਾ ਨਹੀਂ, ਕੁਝ ਵੀ ਚੰਗਾ ਨਹੀਂ, ਸਭ ਭਲਾ ਹੈ, ਉਹਦੀ ਰਜ਼ਾ 'ਚ ਹੈ। ਇਹੀ ਕਾਰਨ ਆ ਬ੍ਰਹਮ ਗਿਆਨੀ ਹਥਿਆਰ ਨਹੀਂ ਚੁੱਕਦਾ, ਸ਼ਸਤਰ ਨਹੀਂ ਚੁੱਕਦਾ, ਕਿਉਂਕਿ ਉਹਦੀ ਬਿਰਤੀ ਸਿੱਖ ਤੋਂ ਵੀ ਉੱਚੀ ਹੈ। ਉਹ ਰੱਬ ਦੀ ਨਜ਼ਰ ਨਾਲ ਵੇਖਦਾ ਹੈ, ਕਿਉਂਕਿ ਪਰਮਾਤਮਾ ਨੇ ਪਾਪ ਵੀ ਬਣਾਇਆ, ਪੁੰਨ ਵੀ ਬਣਾਇਆ। ਜਾਪ ਸਾਹਿਬ ਦੀ ਬਾਣੀ ਪੜ੍ਹੋ, ਮਰ ਜ਼ਿਕਰ ਕਰਦੇ ਆ, ਸੂਰਜ ਵੀ ਤੂੰ ਹੈ, ਚੰਦ ਵੀ ਤੂੰ ਹੈ, ਹਨੇਰਾ ਵੀ ਤੂੰ ਹੈ, ਪਾਪ ਵੀ ਤੂੰ ਹੈ, ਸਭ ਕੁਝ ਤੂੰ ਹੀ ਤੂੰ ਹੈ, ਸਭ ਕੁਝ ਤੂੰ ਹੈ। ਮਿੱਤਰ ਵੀ ਤੂੰ ਹੈ, ਵੈਰੀ ਵੀ ਤੂੰ ਹੈ, ਆਪਣਾ ਵੀ ਤੂੰ, ਬੇਗਾਨਾ ਵੀ ਤੂੰ। ਕਿੰਨੇ ਬਚਨ ਆਉਂਦੇ ਆ ਉਸ ਬਾਣੀ ਦੇ ਵਿੱਚ, ਕਿਉਂਕਿ ਜੇ ਆਪਾਂ ਉਹਦਾ ਵਿਸਥਾਰ ਕੀਤਾ, ਇੱਕ ਸ਼ਬਦ ਆਰੰਭ ਹੋ ਗਿਆ ਤੇ ਅਰਥ ਕਰਨੇ ਪੈਣੇ ਆ। ਗਹਿਰਾ ਗੱਲ, ਇਹੀ ਗੱਲ ਕੀਤੀ। ਬ੍ਰਹਮ ਗਿਆਨੀ ਦੀ ਅਵਸਥਾ ਹੈ ਜਾਪ ਸਾਹਿਬ ਦੀ ਬਾਣੀ। ਕਹਿੰਦੇ ਸਭ ਕੁਝ ਤੂੰ ਹੈ, ਹਨੇਰਾ ਤੂੰ, ਪਾਪ ਤੂੰ, ਪੁੰਨ ਤੂੰ, ਤੇ ਫਿਰ ਵੈਰ ਕਿਹਦੇ ਨਾਲ ਹੈ? ਤੇ ਸਾਡਾ ਵੈਰ ਕਿਹਦੇ ਨਾਲ? ਆਹ ਬੰਦਾ ਬੜਾ ਬੁਰਾ ਹੈ, ਇਹ 'ਚ ਬੁਰਾਈ ਹੈ, ਇਹ 'ਚ ਸ਼ੈਤਾਨ ਹੈ। ਇਸਲਾਮ 'ਚ ਵੀ ਹੈਗਾ ਨਾ, ਉਹ ਕਹਿੰਦੇ ਇੱਕ ਖੁਦਾ ਇੱਕ ਸ਼ੈਤਾਨ ਹੈ, ਸ਼ੈਤਾਨ ਦੇ ਮਗਰ ਪਏ ਹੋਏ ਆ। ਪਰ ਗੁਰੂ ਸਾਹਿਬ ਆਖਦੇ ਆ ਸਭ ਤੇਰੀ ਕੁਦਰਤ ਵਿੱਚ ਹੋ ਰਿਹਾ ਹੈ, ਸਭ ਤੇਰੀ ਰਜ਼ਾ 'ਚ ਹੁੰਦਾ ਏ। ਚਾਰੇ ਘੁੰਟ ਸਲਾਮ ਕਰਾਂਗੇ ਘਰ ਘਰ ਸਿਫਤ ਤੁਮਾਰੀ। ਇੱਕ ਸਮਾਂ ਹੈ ਚਾਰੇ ਕੁੰਟ ਸਲਾਮ ਕरेंगे ਘਰ ਘਰ ਸਿਫਤ ਤੁਮਾਰੀ। ਭਾਵੇਂ ਅੱਲਾਹੂ ਅਕਬਰ ਕਰੇ, ਭਾਵੇਂ ਕੋਈ ਰਾਮ ਰਾਮ ਆਖੇ, ਭਾਵੇਂ ਕੋਈ ਵਾਹਿਗੁਰੂ ਆਖੇ, ਚਾਰੇ ਕੁੰਟਾਂ ਵਿੱਚ ਵਾਹਿਗੁਰੂ ਮੇਰਿਆ ਸਿਫਤਾਂ ਤੇਰੀਆਂ ਹੀ ਨੇ। ਆਖੋ ਸਤਿਨਾਮ, ਮੱਥੇ ਤੈਨੂੰ ਹੀ ਟੇਕਦੇ ਆ, ਨਮਸਕਾਰਾਂ ਤੈਨੂੰ ਹੁੰਦੀਆਂ ਨੇ। ਤੀਰਥ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੇ ਦਿਹਾੜੀ। ਤੀਰਥ ਸਿਮਰਨ ਪੁੰਨ ਦਾਨ ਕਿਛ ਲਾਹਾ ਮਿਲੇ ਦਿਹਾੜੀ। ਮਰਦ ਕਹਿੰਦੇ ਲੋਕੀ ਪੁੰਨ ਕਰਦੇ ਆ, ਦਾਨ ਕਰਦੇ ਆ, ਤੀਰਥਾਂ ਤੇ ਜਾਂਦੇ ਆ, ਇਹਦਾ ਲਾਹਾ ਕੀ ਹੈ? ਦਿਹਾੜੀ। ਹੁਣ ਦਿਹਾੜੀ ਸਮਝ ਲਓ, ਸਵੇਰ ਤੋਂ ਬੰਦਾ ਕੰਮ ਤੇ ਗਿਆ, ਸ਼ਾਮੀ ਆਇਆ, ਭਾਵੇਂ ਸਰਕਾਰੀ ਨੌਕਰੀ ਹੈ, ਭਾਵੇਂ ਪ੍ਰਾਈਵੇਟ ਹੈ, ਭਾਵੇਂ ਕੋਈ ਆਮ ਸੜਕ ਤੇ ਖੜਦਾ ਹੈ, ਉਹ ਕੀ ਹੈ? ਦਿਹਾੜੀ ਹੈ। ਭਾਵੇਂ ਕੋਈ ਡਾਕਟਰ ਹੈ, ਇੰਜੀਨੀਅਰ ਹੈ, ਜੇ 30 ਦਿਨ ਗਿਆ ਤੇ 30 ਦਿਨਾਂ ਦੀ ਦਿਹਾੜੀ ਪਲੱਸ ਕਰਕੇ ਅਗਲੇ ਅਕਾਊਂਟ 'ਚ ਪਾਉਂਦੇ ਆ ਵੀ ਇੰਨੇ ਹਜ਼ਾਰ ਬਣ ਗਏ। ਮਰਦ ਕਹਿੰਦੇ ਆ ਪੁੰਨ ਦਾਨ ਤੀਰਥ ਜਿੰਨੇ ਵੀ ਨੇ ਨਾ, ਇਹ ਸਭ ਦਿਹਾੜੀਆਂ ਨੇ। ਦਿਹਾੜੀਆਂ ਕਰਨ ਵਾਲਿਆਂ ਦੇ ਟਰਾਲੇ ਨਹੀਂ ਚੱਲਦੇ, ਵੱਡੇ ਵੱਡੇ ਬਿਜ਼ਨਸ ਕਰਨ ਵਾਲੇ ਦੇ ਚੱਲਦੇ ਆ। ਸਾਹਿਬ ਕਹਿੰਦੇ ਧਰਮ ਲੋਕਾਂ ਨੇ ਪੁੰਨ ਦਾਨ ਤੀਰਥ ਬਣਾਇਆ, ਜਿੰਨਾ ਕੁ ਪੁੰਨ ਕਮਾ ਲਿਆ ਉਹਨਾਂ ਕੁ ਗਵਾ ਲਿਆ। ਜੇ ਕਿਸੇ ਨੇ ਸੇਵਾ ਕੀਤੀ ਉਹਨੇ ਕਿ ਨਿੰਦਿਆ ਕਰਕੇ ਝਾੜਦੀ ਸਾਰੀ, ਜੇ ਕਿਸੇ ਨੇ ਲੰਗਰ ਲਾਇਆ, ਦਾਨ ਕੀਤਾ ਮਾੜਾ ਮੋਟਾ, ਉਹਨੇ ਇੱਕ ਆਪਣੀ ਸਿਫਤ ਸੁਣ ਕੇ ਗਵਾ ਲਿਆ ਵੀ ਮੈਂ ਕੀਤਾ। ਮਰਦ ਕਹਿੰਦੇ ਦਿਹਾੜੀ ਹੈ। ਦਿਹਾੜੀ ਵਾਲੇ ਤਾਂ ਤੇ ਸਕੂਟਰ 'ਚ ਤੇਲ ਨਹੀਂ ਪੈਂਦਾ, ਖਰਚਾ ਬੁਰਾ ਨਹੀਂ ਹੁੰਦਾ। ਮਰਦ ਕਹਿੰਦੇ ਇਹ ਲਾਹਾ ਹੈ ਭਾਈ, ਇਹ ਲਾਹਾ ਵੀ ਦਿਹਾੜੀ ਵਾਂਗ ਲੱਗਦਾ ਏ। ਨਾਨਕ ਨਾਮ ਮਿਲੇ ਵਡਿਆਈ ਮੇਕਾ ਘੜੀ ਸੰਭਾਲੇ। ਨਾਨਕ ਨਾਮ ਮਿਲੇ ਵਡਿਆਈ ਮੇਕਾ ਘੜੀ ਸੰਭਾਲੀ। ਸਾਹਿਬ ਕਹਿੰਦੇ ਭਾਈ ਉਹ ਸੁਲੱਖਣੀ ਘੜੀ ਹੈ ਜਿਨ੍ਹਾਂ ਨਾਮ ਦੀ ਵਡਿਆਈ ਕੀਤੀ, ਗਾਈ, ਨਾਮ ਜਪਿਆ। ਕਹਿੰਦੇ ਉਹਨਾਂ ਦਿਹਾੜੀ ਨਹੀਂ ਕੀਤੀ, ਉਹਨਾਂ ਵਕਤ ਹੀ ਸੰਭਾਲ ਲਿਆ। ਸਤਿਨਾਮ। ਦਿਹਾੜੀ ਹੋਰ ਚੀਜ਼ ਹੈ, ਜ਼ਿੰਦਗੀ ਲਾ ਦੇਣੀ ਹੋਰ ਚੀਜ਼ ਹੈ। ਕੋਈ ਬੰਦਾ ਕਿਸੇ ਨੇ ਆਪਣੀ ਜ਼ਿੰਦਗੀ ਆਪਣੀ ਖੋਜ ਨੂੰ ਸਮਰਪਿਤ ਕਰਤੀ, ਲੋਕੀ ਨਾਮ ਦੀ ਪੂਜਾ ਕਰਦੇ ਫਿਰਦੇ ਆ। ਕਿਸੇ ਨੇ ਜੀਵਨ ਵਿੱਚ ਇਹੋ ਜਿਹੇ ਚੰਗੇ ਕੰਮ ਕੀਤੇ, ਉਹਦੇ ਮਰਿਆਂ ਤੋਂ ਲੋਕ ਬਰਥਡੇ ਮਨਾਉਂਦੇ, ਜਨਮ ਦਿਨ ਮਨਾਉਂਦੇ ਆ। ਅਸੀਂ ਆ ਵਿਹਲੜ ਲੋਕ, ਕੱਖ ਨਹੀਂ ਕੀਤਾ, ਦਿਹਾੜੀਆਂ ਕੀਤੀਆਂ, ਮਾਇਆ ਕਮਾਈ ਆਪਣੇ ਟੱਬਰ ਤੇ ਲਾਈ, ਅੰਦਰ ਸਾੜਾ, ਉਹ ਤੋਂ ਵੱਡੀ ਕੋਠੀ ਬਣਾਉਣੀ, ਉਹ ਤੋਂ ਵੱਡਾ ਘਰ ਬਣਾਉਣਾ, ਵੱਡੀ ਗੱਡੀ ਲੈਣੀ ਹੈ, ਇੱਥੇ ਖੜੇ ਆ। ਦਿਹਾੜੀ ਖਰਾਬ ਕਰ ਲਈ, ਨਾਮ ਨਹੀਂ ਜਪਿਆ, ਵਕਤ ਦੀ ਬਰਬਾਦੀ ਕੀਤੀ। ਹੁਣ ਚੰਗੇ ਲੋਕਾਂ ਦੇ ਜਨਮ ਦੁਨੀਆ ਮਨਾਉਂਦੀ ਹੈ, ਸ਼ਹੀਦਾਂ ਦੇ ਮਨਾਉਂਦੇ ਆ ਨਾ ਜਨਮ ਦਿਹਾੜੇ, ਗੁਰੂ ਸਾਹਿਬਾਂ ਦੇ ਮਨਾਏ ਜਾਂਦੇ, ਚੰਗੇ ਬੰਦਗੀ ਵਾਲੇ ਪੀਰਾਂ ਦੇ ਮਨਾਏ ਜਾਂਦੇ। ਸਾਡਾ ਕੌਣ ਮਨਾਉਂਦਾ? ਮਨਾਊ ਕੋਈ? ਆਪ ਹੀ ਮੋਮਬੱਤੀਆਂ ਲਾ ਲਈਦੀਆਂ, ਆਪੇ ਬੁਝਾ ਲਈਦੀਆਂ, ਆਪੇ ਹੈਪੀ ਬਰਥਡੇ ਟੂ ਯੂ 4 ਜਣੇ ਇਕੱਠੇ ਹੋ ਕੇ ਕਰ ਲੈਂਦੇ ਆ। ਇਹ ਮਹਾਨਤਾ ਹੈ? ਨਹੀਂ, ਇਹ ਆਪਣੇ ਆਪ ਨੂੰ ਫੂਕ ਛਕਾਉਣੀ ਆ। ਸਤਿਨਾਮ। ਪਤਾ ਹੈ ਸਾਡੇ ਮਰਿਆਂ ਤੋਂ ਕਿਸੇ ਨੇ ਦੀਵਾ ਵੀ ਨਹੀਂ ਬਾਲਣਾ, ਜਿਉਂਦੇ ਜੀ ਬਾਲ ਲਓ ਮੋਮਬੱਤੀਆਂ।
ਤੇ ਪਰ ਜਿਹੜਾ ਸਿਆਣਾ ਵਿਅਕਤੀ ਜਿਹਨੇ ਚੰਗੇ ਕੰਮ ਕੀਤੇ ਉਹਨਾਂ ਦੇ ਪੁਰਬ ਮਨਾਏ ਜਾਂਦੇ ਆ, ਦਿਨ ਮਨਾਏ ਜਾਂਦੇ ਆ, ਯਾਦਾਂ ਮਨਾਈਆਂ ਜਾਂਦੀਆਂ ਨੇ, ਕਿਉਂਕਿ ਉਹਨਾਂ ਜ਼ਿੰਦਗੀ 'ਚ ਐਸੀ ਆਸ ਤੇ ਅਲਖ ਜਗਾਈ। ਮਰਦ ਕਹਿੰਦੇ ਮੇਕੀ ਘੜੀ ਸੰਭਾਲੀ, ਉਹਨਾਂ ਘੜੀਆਂ ਵਕਤ ਸੰਭਾਲਿਆ, ਸਦਾ ਰੱਬ ਨੂੰ ਚੇਤੇ ਕੀਤਾ। ਆਖੋ ਸਤਿਨਾਮ, ਸਦਾ ਚੇਤੇ ਕੀਤਾ, ਉਹਦੀ ਬੰਦਗੀ ਉਹਦੀ ਇਬਾਦਤ ਕੀਤੀ ਹੈ। ਦੋਹਰਾ ਨੋ ਖਾਂਡਿਓ ਸਤਦੀਪ, ਜੋ ਚੋਦ ਹੈ ਪੂਰੀ ਬਣਾਏ। ਤੀਨ ਗੁਨਾ ਚੋ ਭੇਦ ਕਰ, ਰਾਖੀ ਜਚਨ ਰਚਾਏ। ਸਾਹਿਬ ਕਹਿੰਦੇ ਤੋ ਰਚਨ ਰਚਿਆ ਕਰਤਾਰ। ਮਰਦਾਨਿਆ ਇਹ ਰੱਬ ਦੀ ਰਚਨਾ ਹੈ। ਵੇਖੀ ਨੱਕ ਬੁੱਲ ਕੱਢੀ ਜਾਏ ਵੀ ਮੱਕੇ 'ਚ ਹਿੰਦੂ ਨੂੰ ਨਹੀਂ ਵੜਨ ਦਿੰਦੇ, ਆ ਕੈਬ ਖਤਮ ਕਰਤਾ। ਕਿਉਂਕਿ ਅੱਜ ਵੀ ਧਰਮਾਂ 'ਚ ਇਹੀ ਲੜਾਈ ਹੈ। ਫਲਾਣੇ ਮੰਦਿਰ 'ਚ ਔਰਤ ਨਹੀਂ ਜਾ ਸਕਦੀ, ਮੱਕੇ ਔਰਤ ਨਹੀਂ ਜਾਂਦੀ ਜੀ, ਫਲਾਣੇ ਗੁਰਦੁਆਰੇ ਉਹ ਨਹੀਂ ਜਾਂਦਾ ਜੀ। ਇਹ ਕੀ ਹੈ? ਉੱਚੇ ਉੱਠੀ ਇਹਨਾਂ ਚੀਜ਼ਾਂ। ਸਾਹਿਬ ਕੀ ਸਿਖਾਉਂਦੇ ਆ? ਕਹਿੰਦੇ ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੇ। ਉਹ ਵਕਤ ਉਹ ਵੇਲਾ ਸਦਾ ਹੀ ਭਾਗਾਂ ਵਾਲਾ ਹੈ ਜੋ ਰੱਬ ਦੀ ਯਾਦ ਵਿੱਚ ਗੁਜ਼ਰਦਾ। ਆਖੋ ਸਤਿਨਾਮ। ਉਹਨੂੰ ਯਾਦ ਰੱਖਣਾ, ਉਹਦਾ ਸਿਮਰਨ ਕਰਨਾ ਏ। ਪਰਮੇਸ਼ਰ ਨੂੰ ਹਰ ਵੇਲੇ ਚੇਤੇ ਰੱਖਣਾ, ਉਹਦਾ ਭੈ ਮਨ 'ਚ ਰੱਖਣਾ। ਇਹਨੂੰ ਕਹਿੰਦੇ ਪਲ ਪਲ ਦਾ ਸਿਮਰਨ, ਪਲ ਪਲ ਦੀ ਯਾਦ। ਜ਼ੁਬਾਨੋਂ ਭਾਵੇਂ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਕਰੀ ਚਲੋ, ਅੰਦਰ ਭੈ ਨਹੀਂ, ਡਰ ਨਹੀਂ, ਪ੍ਰੇਮ ਨਹੀਂ। ਉਹ ਵੀ ਕੁਰਲੀਆਂ ਨੇ, ਪਰ ਅੰਦਰ ਭੈ ਆ ਨਾ, ਰੋਮ ਰੋਮ ਵੀ ਚੱਲੇਗਾ। ਬੁਰਾ ਨਹੀਂ ਕਿਸੇ ਦਾ ਕਰ ਸਕਦੇ, ਬੁਰਾ ਬੋਲ ਨਹੀਂ ਸਕਦੇ ਕਿਸੇ ਨੂੰ, ਕੌੜਾ ਬੋਲ ਬੋਲਿਆ ਹੀ ਨਹੀਂ ਜਾ ਸਕਦਾ। ਸੱਚੀ ਜਿੱਦਣ ਅੰਦਰ ਸਿੱਖੀ ਜੀਵਨ ਵਿੱਚ ਆ ਗਈ, ਜੋ ਬੋਲ ਤੁਸੀਂ ਕਿਸੇ ਤੋਂ ਕੌੜਾ ਸੁਣ ਨਹੀਂ ਸਕਦੇ, ਭੁੱਲ ਕੇ ਕਹਿ ਵੀ ਨਹੀਂ ਸਕਦੇ। ਜੇ ਕਿਤੇ ਬੋਲਿਆ ਗਿਆ ਨਾ, ਰਾਤ ਪਰ ਸੌਣਾ ਨਹੀਂ, ਪਛਤਾਉਣਾ ਏ ਜਦੋਂ ਤੱਕ ਮਾਫੀ ਨਹੀਂ ਮੰਗਦੇ। ਕਿਉਂ? ਅੰਦਰ ਧਰਮ ਹੈ। ਧਰਮ ਕਹਿੰਦਾ ਬੁਰੇ ਕੰਮਾਂ ਨੂੰ ਥਾਂ ਕੋਈ ਨਹੀਂ, ਕਿਉਂਕਿ ਜਿੱਥੇ ਸਿਮਰਨ ਆ ਗਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ ਇਹ ਉਹਦੀ ਕੁਦਰਤ ਵਿੱਚ ਸਾਰਾ ਕੁਝ ਹੁੰਦਾ ਏ। ਜਾ ਇਹਨਾਂ ਮਨਾਰਿਆਂ ਦੇ ਦਰਸ਼ਨ ਕਰਕੇ ਆ। ਕਹਿੰਦੇ ਮਰਦ ਆਪਾਂ ਕਿਵੇਂ ਆਏ? ਸਾਹਿਬ ਕਹਿੰਦੇ ਉਹ ਨਾਮ ਦੀ ਕਿਰਪਾ ਹੈ। ਆਖੋ ਸਤਿਨਾਮ। ਉਹ ਖਸਮ ਲੈ ਕੇ ਆਇਆ, ਉਹ ਕਰਤਾ ਲੈ ਕੇ ਆਇਆ ਏ, ਜਿਹਦੀਆਂ ਸਿਫਤਾਂ ਹਰ ਥਾਂ ਤੇ ਹੁੰਦੀਆਂ ਨੇ। ਆ ਵੀ ਰੱਬ ਦਾ ਘਰ ਹੈ ਮੱਕਾ, ਕੋਈ ਬੁਰਾ ਨਹੀਂ ਹੈ। ਇੱਥੇ ਵੀ ਰੱਬ ਦੀ ਸਿਫਤ ਆ, ਉਹ ਗੱਲ ਅਲੱਗ ਹੈ। ਪਾਉਣ ਵਾਲਿਆਂ ਪਾਲਿਆ ਤੇ ਲੜਨ ਵਾਲੇ ਅੱਜ ਵੀ ਲੜਦੇ ਫਿਰਦੇ ਧਰਮਾਂ ਪਿੱਛੇ। ਡਾਂਗਾ ਸੋਟੇ ਕੌਣ ਨਹੀਂ ਚੱਕੀ ਫਿਰਦਾ, ਬੜਿਆਂ ਚੁੱਕੇ ਆ। ਤੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਨਾ, ਉਹ ਕੌਮ ਲਈ ਜ਼ਿੰਦਗੀ ਵੀ ਵਾਰ ਗਏ, ਜਿੰਦੜੀਆਂ ਵੀ ਲਾ ਗਏ, ਆਪਾ ਵੀ ਕੁਰਬਾਨ ਕਰ ਗਏ। ਅੱਜ ਉਹਨਾਂ ਦੀਆਂ ਸ਼ਹਾਦਤਾਂ ਤੇ ਨਾਜ਼ ਹੁੰਦਾ ਏ। ਸਿੱਖ ਕੌਮ 'ਚ ਕਿੰਨੀਆਂ ਸ਼ਹੀਦੀਆਂ ਨੇ, ਕਿਹਨਾਂ ਦੀਆਂ? ਮਰਜੀ ਬੁਲਿਆਂ ਦੀਆਂ, ਜਿਨ੍ਹਾਂ ਨੇ ਕੌਮ ਤੋਂ ਆਪਾ ਤੇ ਆਪਣਾ ਪਰਿਵਾਰ ਵਾਰ ਦਿੱਤਾ। ਕਿਹਦੇ ਸਹਾਰੇ? ਨਾਮ ਦੇ ਸਹਾਰੇ, ਗੁਰੂ ਦੀ ਕਿਰਪਾ ਨਾਲ, ਉਹਦੇ ਸ਼ੁਕਰ ਦੇ ਵਿੱਚ ਕਦੇ ਹਿੰਜ ਨਹੀਂ ਡੋਲੀ। ਆ ਦਿਨ ਚੱਲਦੇ ਆ 1984 ਦੇ, ਇਹ ਦੰਗੇ ਤਾਂ ਹੈ ਨਹੀਂ, ਜੈਨੋਸਾਈਡ ਹੈ। ਸਾਰੀ ਦੁਨੀਆ ਨੂੰ ਪਤਾ ਕੀ ਕੁਝ ਹੋਇਆ, ਪਰ ਅੱਜ ਵੀ ਕੌਮ ਅਡੋਲ ਹੈ। ਡੋਲਦੀ ਨਹੀਂ। ਇੱਕਾ ਦੁੱਕਾ ਘਟਨਾਵਾਂ ਛੱਡ ਕੇ, ਰਾਜਨੀਤੀ ਛੱਡ ਕੇ, ਕੌਮ ਚੜ੍ਹਦੀ ਕਲਾ ਵਿੱਚ ਸੀ, ਹੈ ਤੇ ਸਦਾ ਰਹੇਗੀ। ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ 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 ਵਾਹਿਗੁਰੂ।